ਅਸੀਂ ਖੁਦਾ ਦੇ ਪਵਿੱਤਰ ਕਲਾਮ ਨੂੰ ਪੜ੍ਹਦੇ ਹਾਂ ਤੇ ਕਹੌਤਾਂ ਦੇ ਵਿੱਚ ਲਿਖਿਆ ਹੈ, ਉਹਦੇ 18 ਅਧਿਆਏ ਉਹਦੇ 21 ਵਚਨ ਦੇ ਵਿੱਚ, ਮੌਤ ਤੇ ਜ਼ਿੰਦਗੀ ਜੀਭ ਦੇ ਵਸ ਵਿੱਚ ਹੈ। ਮੌਤ ਤੇ ਜ਼ਿੰਦਗੀ ਜੀਭ ਦੇ ਵਸ ਵਿੱਚ ਹੈ। ਜਦੋਂ ਅਸੀਂ ਕਹੌਤਾਂ ਉਹਦਾ 18 ਅਧਿਆਏ ਉਹਦੇ 21 ਵਚਨ ਨੂੰ ਪੜ੍ਹਦੇ ਹਾਂ, ਪੜ੍ਹਨਾ ਨਹੀਂ ਹੈ, ਨੋਟ ਕਰੀ ਜਾਈਏ, ਸੁਣੀ ਜਾਈਏ। ਜਦੋਂ ਮੈਂ ਕਹਾਂਗਾ ਪੜ੍ਹਨ ਦੇ ਲਈ, ਉਦੋਂ ਅਸੀਂ ਖੁਦਾ ਦੇ ਕਲਾਮ 'ਚ ਪੜ੍ਹਾਂਗੇ ਵੀ। ਮੌਤ ਤੇ ਜ਼ਿੰਦਗੀ ਕਿਹਦੇ ਵਸ ਦੇ ਵਿੱਚ ਆ? ਜੀਭ ਹੀ ਸਾਨੂੰ ਜਿਉਂਦਿਆਂ ਰੱਖਦੀ ਹੈ ਤੇ ਜੀਭ ਹੀ ਸਾਨੂੰ ਕੀ ਕਰ ਦਿੰਦੀ ਹੈ? ਮਾਰ ਸਕਦੀ ਹੈ। ਸੋ ਹਲਕਾ ਜਿਹਾ ਤੁਹਾਨੂੰ ਇਹਦੀ ਇੱਕ ਨਿਸ਼ਾਨੀ ਦੇਵਾਂਗਾ। ਹਵਾ ਨੂੰ ਜਦੋਂ ਸ਼ੈਤਾਨ ਨੇ ਆ ਕੇ ਭਰਮਾਇਆ ਬਾਗ ਏਦਨ ਦੇ ਵਿੱਚ, ਬਾਗ ਏਦਨ ਦੇ ਵਿੱਚ ਜਦੋਂ ਹਵਾ ਦੇ ਕੋਲ ਸ਼ੈਤਾਨ ਆਇਆ ਤੇ ਉਹਨੂੰ ਭਰਮਾਇਆ ਆ ਕੇ, ਕਹਿੰਦਾ ਕਿ ਪਰਮੇਸ਼ਰ ਨੇ ਵਾਕਈ ਤੁਹਾਨੂੰ ਇਹਨਾਂ ਫਲਾਂ ਦੇ ਵਿੱਚੋਂ ਕਿਸੇ ਤੋਂ ਮਨਾ ਕੀਤਾ ਹੈ ਖਾਣ ਦੇ ਲਈ? ਤੇ ਹਵਾ ਕਹਿੰਦੀ ਵੀ ਹਾਂ, ਜਿਹੜਾ ਬਾਗ ਦੇ ਵਿਚਕਾਰ ਇੱਕ ਫਲ ਆ, ਉਹਨੂੰ ਪਰਮੇਸ਼ਰ ਨੇ ਕਿਹਾ ਨਾ ਤੇ ਇਹਨੂੰ ਖਾਇਓ ਤੇ ਨਾ ਹੀ ਇਹਨੂੰ ਹੱਥ ਲਾਇਓ। ਕੁਛ ਜ਼ਿਆਦਾ ਕੁਛ ਕਹਿ ਗਈ ਹਵਾ। ਪਰ ਸ਼ੈਤਾਨ ਨੇ ਉਹਨੂੰ ਕਿਹਾ ਕਿ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਇਹਨੂੰ ਖਾਓਗੇ ਪਰਮੇਸ਼ਰ ਵਰਗੇ ਹੋ ਜਾਓਗੇ। ਤੁਸੀਂ ਕਿਹਦੇ ਵਰਗੇ? ਪਰਮੇਸ਼ਰ ਵਰਗੇ ਹੋ ਜਾਓਗੇ। ਤੇ ਬਾਈਬਲ 'ਚ ਲਿਖਿਆ, ਹਵਾ ਨੇ ਵੇਖਿਆ ਉਸ ਫਲ ਦੀ ਵੱਲ ਔਰ ਉਹਨੇ ਕਿਹਾ ਵੀ ਵਾਕਈ ਇਹ ਵੇਖਣ ਦੇ ਵਿੱਚ ਕੀ ਆ? ਬਹੁਤ ਖੂਬਸੂਰਤ ਆ ਤੇ ਬੁੱਧ ਦੇਣ ਦੇ ਵਿੱਚ ਵੀ ਕਿਉਂ ਨਹੀਂ ਲਾਭਦਾਇਕ ਹੋਏਗਾ। ਖਾਣ ਦੇ ਵਿੱਚ, ਬੁੱਧ ਦੇਣ ਦੇ ਵਿੱਚ ਵੀ ਇਹ ਕੀ ਹੋਏਗਾ? ਤੇ ਉਹ ਆਪਣੀ ਜੀਭ ਦੇ ਉੱਤੇ ਕੰਟਰੋਲ ਨਹੀਂ ਕਰ ਸਕੀ। ਉਹਨੇ ਉਸ ਫਲ ਨੂੰ ਖਾਧਾ, ਉਹਨੇ ਉਸ ਫਲ ਨੂੰ ਖਾਧਾ ਪ੍ਰਿਓ। ਪਰ ਸੁਲੇਮਾਨ ਲਿਖਦਾ ਹੈ, ਮੌਤ ਤੇ ਜ਼ਿੰਦਗੀ ਜੀਭ ਦੇ ਵਸ 'ਚ ਆ। ਫਿਰ ਮੈਂ ਕਹਿੰਦਾ ਸ਼ਰਾਪ ਤੇ ਆਸ਼ੀਸ਼ ਵੀ ਜੀਭ ਦੇ ਵਸ ਦੇ ਵਿੱਚ ਨੇ। ਕਿਵੇਂ? ਜਦੋਂ ਅਸੀਂ ਉਤਪਤੀ ਦੀ ਕਿਤਾਬ ਉਹਦਾ 12 ਅਧਿਆਏ ਪੜ੍ਹਦੇ ਹਾਂ, ਜਿਸ ਜਗ੍ਹਾ ਤੇ ਪਰਮੇਸ਼ਰ ਨੇ ਅਬਰਾਹਾਮ ਦੇ ਨਾਲ ਗੱਲਬਾਤ ਕੀਤੀ। ਪਰਮੇਸ਼ਰ ਨੇ ਅਬਰਾਹਾਮ ਨੂੰ ਕਿਹਾ ਕਿ ਜੋ ਤੈਨੂੰ ਆਸ਼ੀਸ਼ ਦੇਵੇਗਾ ਮੈਂ ਉਹਨੂੰ ਕੀ ਕਰਾਂਗਾ? ਆਸ਼ੀਸ਼ ਦੇਵਾਂਗਾ। ਹੁਣ ਆਸ਼ੀਸ਼ ਕਿੱਦਾਂ ਦਿੱਤੀ ਜਾਂਦੀ ਹੈ? ਗੂੰਗਾ ਵਿਅਕਤੀ ਆਸ਼ੀਸ਼ ਦੇ ਸਕਦਾ ਕਿਸੇ ਨੂੰ ਏਦਾਂ ਬੋਲ ਕੇ? ਨਹੀਂ, ਜੀਭ ਦੇ ਨਾਲ ਅਸੀਂ ਆਸ਼ੀਸ਼ ਨੂੰ ਬੋਲਦੇ ਹਾਂ। ਖੁਦਾ ਤੁਹਾਨੂੰ ਕੀ ਕਰੇ? ਬਰਕਤ ਦੇਵੇ, ਆਸ਼ੀਸ਼ ਦੇਵੇ। ਖੁਦਾ ਤੁਹਾਨੂੰ ਫਲਵੰਤ ਕਰੇ। ਪਰਮੇਸ਼ਰ ਕਹਿ ਰਹੇ ਅਬਰਾਹਾਮ ਨੂੰ, ਜੋ ਤੈਨੂੰ ਆਸ਼ੀਸ਼ ਦੇਵੇਗਾ, ਤੈਨੂੰ ਆਸ਼ੀਰਵਾਦ ਦੇਗਾ, ਮੈਂ ਵੀ ਉਹਨੂੰ ਕੀ ਦੇਵਾਂਗਾ? ਆਸ਼ੀਰਵਾਦ ਦੇਵਾਂਗਾ। ਪੜ੍ਹ ਦਈਏ 12 ਅਧਿਆਏ ਉਹਦੇ 3 ਵਚਨ ਨੂੰ ਪੜ੍ਹ ਦਈਏ। ਹਾਂਜੀ, ਪਰਮੇਸ਼ਰ ਕਹਿ ਰਹੇ ਜੋ ਤੈਨੂੰ ਆਸ਼ੀਸ਼ ਦਿੰਦੇ ਹਨ ਮੈਂ ਵੀ ਉਹਨਾਂ ਨੂੰ ਕੀ ਦੇਵਾਂਗਾ? ਅਸੀਸ ਦਿਆਂਗਾ। ਜੋ ਤੈਨੂੰ ਤੁੱਛ ਸਮਝਣਗੇ, ਯੈਸ, ਮੈਂ ਉਹਨੂੰ ਕੀ ਦੇਵਾਂਗਾ? ਸ਼ਰਾਪ ਦੇਵਾਂਗਾ। ਪਰਮੇਸ਼ਰ ਕਹਿ ਰਹੇ ਇਸ ਜਗ੍ਹਾ ਤੇ। ਪਰ ਕੀ ਅਸੀਂ ਇੱਕ ਦੂਸਰੇ ਲਈ ਆਪਣੀ ਜੀਭ ਤੋਂ ਆਸ਼ੀਸ਼ ਬੋਲਦੇ ਹਾਂ? ਕੀ ਅਸੀਂ ਇੱਕ ਦੂਸਰੇ ਨੂੰ ਆਪਣੀ ਜੀਭ ਤੋਂ ਆਸ਼ੀਸ਼ ਦਿੰਦੇ ਹਾਂ? ਪ੍ਰਿਓ, ਬਹੁਤ ਸਾਰੇ ਲੋਕ ਐਸੇ ਸੰਸਾਰ ਦੇ ਵਿੱਚ ਪਾਏ ਜਾਂਦੇ ਆ ਜਿਨ੍ਹਾਂ ਨੂੰ ਆਪਣੀ ਜੀਭ ਦਾ ਇਸਤੇਮਾਲ ਕਰਨਾ ਨਹੀਂ ਆਉਂਦਾ। ਬਹੁਤ ਵਾਰੀ ਅਸੀਂ ਆਪਣੇ ਬੱਚਿਆਂ ਦੇ ਲਈ ਬੁਰੇ ਬੁਰੇ ਸ਼ਬਦ ਬੋਲ ਦਿੰਦੇ ਆ। ਤੈਨੂੰ ਇਹ ਹੋ ਜੇ, ਤੈਨੂੰ ਉਹ ਹੋ ਜੇ, ਤੂੰ ਜਾਂਦਿਆਂ ਹੀ ਰਾਹ 'ਚ ਜਾਂਦਿਆਂ ਇਹ ਹੋ ਜੇ ਤੇਰੇ ਨਾਲ। ਕਿਸੇ ਵੇਲੇ ਪਤਨੀ ਆਪਣੇ ਪਤੀ ਦੇ ਲਈ ਇਹੋ ਜਿਹੇ ਸ਼ਬਦ ਬੋਲ ਦਿੰਦੀਆਂ। ਤੈਨੂੰ ਰਸਤੇ 'ਚ ਜਾਂਦਿਆਂ ਇਹ ਹੋ ਜੇ, ਬੱਚਿਆਂ ਦੇ ਲਈ, ਬੇਟੀਆਂ ਦੇ ਲਈ, ਤੂੰ ਕਦੀ ਜ਼ਿੰਦਗੀ 'ਚ ਕਾਮਯਾਬ ਨਾ ਹੋਵੇਂ, ਇਹੋ ਜਿਹੇ ਸ਼ਬਦ ਬੋਲ ਦਿੰਦੇ ਆਪਣੇ ਬੱਚਿਆਂ ਨੂੰ ਆਪਣੀ ਜੀਭ ਦੇ ਉੱਤੋਂ। ਤੂੰ ਤੇ ਮੇਰੇ ਲਈ ਹੈ ਨਹੀਂ, ਤੂੰ ਨਾ ਹੀ ਜੰਮਦਾ ਤੇ ਚੰਗਾ ਹੁੰਦਾ, ਇਹੋ ਜਿਹੇ ਸ਼ਬਦ ਬੋਲਦੇ ਕਿ ਨਹੀਂ ਬੋਲਦੇ? ਜੀਭ ਦਾ ਇੱਕ ਰੋਲ ਹੈ ਬਹੁਤ ਵੱਡਾ। ਕਿਤੇ ਨਾ ਕਿਤੇ ਇਹ ਸ਼ਬਦ ਜਿਹੜੇ ਆ ਫਿਰ ਸਾਡੇ ਜੀਵਨ ਦੇ ਵਿੱਚ ਜਾ ਕੇ ਕੀ ਆ? ਫਲ ਲੈ ਕੇ ਆਉਂਦੇ ਆ। ਪਹਿਲਾ ਵਚਨ ਜਿਹੜਾ ਅਸੀਂ ਵੇਖਿਆ ਕਹੌਤਾਂ ਦੇ ਵਿੱਚ, ਪਰਮੇਸ਼ਰ ਦਾ ਕਲਾਮ ਪੜ੍ਹ ਦਈਏ। ਕਹੌਤਾਂ ਉਹਦਾ 18 ਅਧਿਆਏ ਉਹਦੇ 21 ਵਚਨ ਦੇ ਵਿੱਚ ਪਰਮੇਸ਼ਰ ਦਾ ਬੰਦਾ ਸੁਲੇਮਾਨ ਸਾਨੂੰ ਇਹ ਗੱਲ ਦੇ ਲਈ ਪ੍ਰੇਰਿਤ ਕਰਦਾ ਹੈ, ਹੁਸ਼ਿਆਰ ਕਰਦਾ ਹੈ। ਉਹ ਸਿਖਾਉਂਦਾ ਹੈ ਖੁਦਾ ਦੇ ਕਲਾਮ ਦੇ ਰਾਹੀਂ ਸਾਨੂੰ ਕਿ ਮੌਤ ਤੇ ਜ਼ਿੰਦਗੀ ਜਿਹੜੇ ਆ ਉਹ ਜੀਭ ਦੇ ਵੱਸ 'ਚ ਹੈ। ਹਾਂਜੀ, ਮੌਤ ਅਤੇ
ਕਹਿੰਦਾ ਮੌਤ ਤੇ ਜੀਵਨ ਦੋਵੇਂ ਜੀਵ ਦੇ ਵੱਸ 'ਚ ਨੇ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਜਿਹੜੇ ਉਹਦੇ ਨਾਲ ਪਿਆਰ ਕਰਦੇ ਨੇ ਆ, ਉਹ ਉਸ ਦਾ ਫਲ ਖਾਣਗੇ। ਯੈਸ, ਜਿਹੜੇ ਇਹਨਾਂ ਨੂੰ ਇਸਤੇਮਾਲ ਕਰਨਾ ਜਾਣਦੇ ਆ ਉਹ ਇਹਦਾ ਪ੍ਰਤੀਫਲ ਖਾਣਗੇ। ਔਰ ਵਿਸ਼ਵਾਸੀਆਂ ਦੇ ਲਈ ਕਲਾਮ ਸਿਖਾਉਂਦਾ ਹੈ, ਪਰਮੇਸ਼ਰ ਦੇ ਵਚਨ ਨੂੰ ਜਾਣਨ ਵਾਲਿਆਂ ਦੇ ਲਈ, ਕਿ ਤੁਸੀਂ ਗਾਲ ਦੇ ਬਦਲੇ ਗਾਲ ਨਾ ਦਵੋ। ਜੇ ਕੋਈ ਤੁਹਾਡੇ ਨਾਲ ਬੁਰਾ ਭਲਾ ਕਰਦਾ ਤੇ ਤੁਸੀਂ ਉਹਦੇ ਬਦਲੇ ਦੇ ਵਿੱਚ ਕੀ ਦਵੋ? ਉਹਨੂੰ ਅਸੀਸ। ਤੁਸੀਂ ਉਹਨੂੰ ਕੀ ਦਵੋ? ਆਸ਼ੀਸ਼ ਦਵੋ। ਆਪਣੀ ਜੀਭ ਤੋਂ ਤੁਸੀਂ ਆਸ਼ੀਸ਼ ਦਵੋ, ਕਿਉਂਕਿ ਤੁਸੀਂ ਆਸ਼ੀਸ਼ ਦੇ ਹੱਕਦਾਰ ਹੋ, ਆਸ਼ੀਸ਼ ਦੇ ਵਾਰਿਸ ਹੋ। ਤੁਸੀਂ ਪਰਮੇਸ਼ਰ ਨੇ ਤੁਹਾਨੂੰ ਆਸ਼ੀਸ਼ ਦੇ ਲਈ ਬਣਾਇਆ ਹੈ। ਸਾਡੇ ਮੂੰਹ ਦੇ ਵਿੱਚੋਂ ਹਮੇਸ਼ਾ ਮੈਂ ਕਹਿੰਦਾ ਚੰਗੇ ਸ਼ਬਦ ਨਿਕਲਣੇ ਚਾਹੀਦੇ ਆ। ਹਰ ਰੋਜ਼ ਆਪਣੇ ਬੱਚਿਆਂ ਦੇ ਲਈ ਉੱਠ ਕੇ ਸਾਨੂੰ ਚੰਗੇ ਸ਼ਬਦ ਬੋਲਣੇ ਚਾਹੀਦੇ ਆ। ਕਿਸੇ ਵੇਲੇ ਜ਼ਿਆਦਾਤਰ ਅਸੀਂ ਬੱਚੇ ਥੋੜੇ ਜਿਹੇ ਜ਼ਿਆਦਾ ਦੌੜਨ ਭੱਜਣ ਲੱਗ ਜਾਂਦੇ ਹਨਾ, ਉਹ ਜ਼ਿਆਦਾ ਸ਼ਰਾਰਤਾਂ ਜਿਹੀਆਂ ਕਰਦੇ, ਅਸੀਂ ਕਹਿੰਦੇ ਇਹ ਬੜਾ ਹੀ ਸ਼ੈਤਾਨ ਹੀ ਹੈ। ਕਿਹੜਾ ਛੋਟਾ ਵੀ ਨਹੀਂ, ਛੋਟਾ ਵੀ ਨਹੀਂ, ਇਹ ਬੜਾ ਹਿੰਦੀ ਦਾ ਸ਼ਬਦ ਇਸਤੇਮਾਲ ਕਰਨੇ ਸਾਨੂੰ ਸਮਝ ਨਹੀਂ ਆਉਂਦਾ। ਇਹ ਬੜਾ ਹੀ ਸ਼ੈਤਾਨ ਹੀ ਆ, ਮੁੜ ਕੇ ਭਾਵੇਂ ਔਂਤਰਾ ਵੀ ਲਾ ਦਈਏ ਨਾਲ। ਬੋਲਦੇ ਕਿ ਨਹੀਂ ਬੋਲਦੇ? ਅਸੀਂ ਇਦਾਂ ਨਹੀਂ ਕਹਿਣਾ ਚਾਹੀਦਾ। ਕਹੋ ਸਾਡਾ ਬੱਚਾ ਬੜਾ ਹੁਸ਼ਿਆਰ ਹੈ, ਇਹ ਬੜਾ ਤੇਜ਼ ਹੈ, ਹੁਸ਼ਿਆਰ ਆ, ਤੇਜ਼ ਆ। ਅੱਛੇ ਸ਼ਬਦਾਂ ਦੇ ਨਾਲ ਆਪਣੇ ਬੱਚਿਆਂ ਨੂੰ ਬਲੈਸ ਕਰੋ। ਹਾਂ, ਹੋਣੇ ਚਾਹੀਦੇ ਬੱਚੇ, ਹੁਸ਼ਿਆਰ ਹੋਣੇ ਚਾਹੀਦੇ ਆ। ਯੀਸ਼ੂ ਮਸੀਹ ਨੇ ਕਿਹਾ ਆ, ਕਬੂਤਰ ਵਾਂਗੂ ਭੋਲੇ ਤੇ ਸੱਪਾਂ ਵਾਂਗੂ ਚਲਾਕ ਬਣੋ। ਇਹ ਬੜਾ ਚਲਾਕ ਹੀ ਹੋਣੇ ਚਾਹੀਦੇ। ਯੀਸ਼ੂ ਮਸੀਹ ਕਹਿੰਦੇ ਆ ਚਲਾਕ ਬਣੋ। ਇਹੋ ਜਿਹੇ ਸ਼ਬਦ ਬੋਲੋ ਹਰ ਰੋਜ਼ ਆਪਣੇ ਬੱਚਿਆਂ ਦੇ ਲਈ, ਆਪਣੇ ਪਤੀ ਦੇ ਲਈ, ਆਪਣੀ ਪਤਨੀ ਦੇ ਲਈ, ਆਪਣੇ ਪਰਿਵਾਰ ਦੇ ਲਈ। ਹਰ ਰੋਜ਼ ਯੀਸ਼ੂ ਮਸੀਹ ਦੇ ਨਾਂ 'ਚ ਚੰਗੇ ਚੰਗੇ ਅੰਗੀਕਾਰ ਕਰੋ, ਕਿਉਂਕਿ ਜੋ ਅਸੀਂ ਆਪਣੇ ਮੂੰਹ ਤੋਂ ਬੋਲਾਂਗੇ ਉਹ ਸਾਡੇ ਜੀਵਨ ਦੇ ਵਿੱਚ ਫਲਵੰਤ ਹੋਵੇਗਾ। ਪਰਮੇਸ਼ਰ ਦਾ ਕਲਾਮ ਸਾਨੂੰ ਸਿਖਾਉਂਦਾ ਹੈ, ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਇਸ ਚੀਜ਼ ਦੇ ਲਈ। ਸਭ ਬੋਲੇ ਹਾਲੇਲੂਇਆ, ਸਭ ਬੋਲੇ ਹਾਲੇਲੂਇਆ। ਸਾਨੂੰ ਧਿਆਨ ਦੇਣਾ ਹੈ ਕਿ ਅਸੀਂ ਆਪਣੀ ਜੀਭ ਦਾ ਇਸਤੇਮਾਲ ਕਿੱਦਾਂ ਕਰਦੇ ਹਾਂ। ਜਿਵੇਂ ਅਸੀਂ ਜਿਸ ਵਿਅਕਤੀ ਨੇ ਬਲਬ ਬਣਾਇਆ ਉਹਦਾ ਨਾਮ ਕੋਈ ਦੱਸ ਸਕਦਾ ਮੈਨੂੰ? ਬਹੁਤ ਵਾਰੀ ਦੱਸਿਆ ਮੈਂ, ਥੋਮਸ ਅਲਵਾ ਐਡੀਸਨ। ਸਕੂਲ ਦੇ ਵਿੱਚ ਇਹਦੀ ਟੀਚਰ ਨੇ ਇਹਦੇ ਪੇਰੈਂਟਸ ਨੂੰ, ਇਹਦੀ ਮੰਮੀ ਨੂੰ ਬੁਲਾ ਕੇ ਕਿਹਾ ਕਿ ਤੁਹਾਡਾ ਬੱਚਾ ਮਹਾ ਨਲਾਇਕ ਆ, ਇਹ ਸਾਡੇ ਸਕੂਲ ਦੇ ਵਿੱਚ ਪੜ੍ਹ ਨਹੀਂ ਸਕਦਾ। ਸੌਰੀ, ਉਹਦੀ ਟੀਚਰ ਨੇ ਲੈਟਰ, ਚਿੱਠੀ ਭੇਜੀ ਘਰ, ਚਿੱਠੀ ਲਿਖ ਕੇ ਭੇਜੀ। ਔਰ ਜਦੋਂ ਥੋਮਸ ਅਲਵਾ ਐਡੀਸਨ ਨੇ ਆਪਣੇ ਘਰ ਆ ਕੇ ਆਪਣੀ ਮੰਮੀ ਨੂੰ ਚਿੱਠੀ ਦਿੱਤੀ, ਉਹਦੇ ਵਿੱਚ ਲਿਖਿਆ ਵੀ ਤੁਹਾਡਾ ਬੱਚਾ ਨਿਕੰਮਾ ਆ, ਨਲਾਇਕ ਆ, ਇਹ ਸਾਡੇ ਸਕੂਲ ਦੇ ਵਿੱਚ ਪੜ੍ਹਨ ਦੇ ਯੋਗ ਨਹੀਂ ਆ, ਇਹ ਨਹੀਂ ਪੜ੍ਹ ਸਕਦਾ ਸਾਡੇ ਸਕੂਲ 'ਚ ਕਿਉਂਕਿ ਇਹ ਨਲਾਇਕ ਆ। ਤੇ ਉਹਦੀ ਮਾਂ ਨੇ ਜਦੋਂ ਉਹ ਲੈਟਰ ਪੜ੍ਹੀ ਔਰ ਉਹਨੇ ਆਪਣੀ ਮੰਮੀ ਨੂੰ ਪੁੱਛਿਆ ਕਿ ਮੰਮੀ ਕੀ ਲਿਖਿਆ ਲੈਟਰ 'ਚ ਟੀਚਰ ਨੇ, ਤੇ ਉਹਨੇ ਕਿਹਾ ਬੇਟਾ ਟੀਚਰ ਨੇ ਲੈਟਰ ਦੇ ਵਿੱਚ ਲਿਖਿਆ ਆ ਕਿ ਸਾਡਾ ਸਕੂਲ ਜਿਹੜਾ ਆ ਉਹ ਬਹੁਤ ਕਮਜ਼ੋਰ ਆ ਔਰ ਤੁਹਾਡਾ ਬੇਟਾ ਜਿਹੜਾ ਆ ਬਹੁਤ ਹੁਸ਼ਿਆਰ ਆ, ਸਾਡਾ ਸਕੂਲ ਹੀ ਇਹਦੇ ਯੋਗ ਨਹੀਂ ਆ ਕਿ ਤੁਹਾਡੇ ਬੱਚੇ ਨੂੰ ਕੀ ਕਰ ਸਕੇ, ਪੜ੍ਹਾ ਸਕੇ। ਔਰ ਉਹਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਮੈਂ ਸਮਝਦਾ ਹਾਂ ਰੋਜ਼ ਆਪਣੇ ਬੇਟੇ ਦੇ ਲਈ ਜਦੋਂ ਦੁਆ ਕਰਦੀ ਹੋਏਗੀ ਸਿਰ ਤੇ ਹੱਥ ਰੱਖ ਕੇ, ਔਰ ਉਹਨੇ ਕਿਹਾ ਪਰਮੇਸ਼ਰ ਤੂੰ ਕਦੀ ਵੀ ਕੋਈ ਨਕਮੀਆਂ ਚੀਜ਼ਾਂ ਬਣਾਉਣ ਵਾਲਾ ਖੁਦਾ ਨਹੀਂ ਆ, ਕਮਜ਼ੋਰ ਚੀਜ਼ਾਂ ਬਣਾਉਣ ਵਾਲਾ ਖੁਦਾ ਨਹੀਂ ਆ, ਤੂੰ ਉੱਤਮ ਚੀਜ਼ਾਂ ਦੇਣਾ ਆ। ਮੇਰਾ ਬੇਟਾ ਜਿਹੜਾ ਆ ਇੱਕ ਦਿਨ ਦੁਨੀਆ ਨੂੰ ਰੋਸ਼ਨ ਕਰੇਗਾ, ਇੱਕ ਦਿਨ ਦੁਨੀਆ ਨੂੰ ਕੀ ਕਰੇਗਾ, ਰੋਸ਼ਨ ਕਰੇਗਾ। ਔਰ ਬਲਬ ਦੀ ਖੋਜ ਉਸ ਵਿਅਕਤੀ ਨੇ ਕੀਤੀ। ਬਲਬ ਉਹਨੇ ਬਣਾਇਆ, ਦੱਸਦੇ ਆ ਕਿ 800 ਵਾਰ ਉਹਨੇ ਬਲਬ ਦਾ, ਜਦੋਂ ਬਲਬ ਜਗਾਉਣਾ ਚਾਹਿਆ ਤਾਂ ਉਹਦੇ ਵਿੱਚ ਜਿਹੜੀ ਵਾਇਰ ਹੁੰਦੀ ਆ, ਜਦੋਂ ਉਹ ਤਾਰਾਂ ਜੋੜਦਾ ਸੀਗਾ ਉਹ ਵਿੱਚੋਂ ਵਾਇਰ ਉੱਡ ਜਾਂਦੀ ਸੀ। ਜਦੋਂ ਪ੍ਰੈਕਟੀਕਲ ਕਰਦਾ ਸੀ, ਬਾਰ-ਬਾਰ ਡਿੱਗਦਾ ਸੀ, ਅਭਿਆਸ ਕਰਦਾ ਸੀ, ਬਾਰ-ਬਾਰ ਆਪਣੇ ਜੀਵਨ ਦੇ ਵਿੱਚ ਉਹ ਜਦੋਂ ਹੁੰਦਾ ਸੀ ਵੀ ਉਹ ਫਿਊਜ਼ ਹੋ ਜਾਂਦਾ ਸੀ ਬਲਬ। ਆਖਿਰ ਜਦੋਂ 800 ਤੋਂ ਵੱਧ ਵਾਰ, 800 ਵਾਰ ਨੂੰ ਉਹ ਪਹੁੰਚ ਗਿਆ ਔਰ ਉਹਨੇ ਤਾਰਾਂ ਲਾਈਆਂ ਔਰ ਬਲਬ ਜਗ ਗਿਆ। ਅੱਜ ਪੂਰੀ ਦੁਨੀਆ ਦੇ ਵਿੱਚ ਉਹਦੇ ਬਣਾਏ ਹੋਏ ਬਲਬਾਂ ਦੇ ਦੁਆਰਾ ਰੋਸ਼ਨੀ ਹੁੰਦੀ ਆ। ਕਿਉਂ? ਕਿਉਂਕਿ ਉਹਦੀ ਮੰਮੀ ਨੇ ਉਹਦੇ ਲਈ ਸ਼ਬਦ ਬੋਲੇ ਸੀ ਕਿ ਇੱਕ ਦਿਨ ਇਹੋ ਹੀ ਬੇਟਾ ਜਿਹੜਾ ਆ ਪੂਰੀ ਦੁਨੀਆ ਨੂੰ ਕੀ ਕਰੇਗਾ, ਰੋਸ਼ਨ ਕਰੇਗਾ। ਆਪਣੀ ਜੀਭ ਦਾ ਸਹੀ ਇਸਤੇਮਾਲ ਕਰਨਾ
ਕਈ ਵਾਰੀ ਅਸੀਂ ਬੜਾ ਉਲਟਾ ਪੁਲਟਾ ਬੋਲ ਜਾਂਦੇ ਆ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ, ਖੁਦਾ ਦੇ ਸੇਵਕ ਲੋਕਾਂ ਦੇ ਲਈ, ਇੱਕ ਦੂਸਰੇ ਲਈ ਅਸੀਂ ਬੜਾ ਉਲਟਾ ਬੋਲਦੇ ਆ। ਪਰ ਇਹਦੇ ਲਈ ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਹੈ। ਮੈਂ ਸਮਝਦਾ ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਹੈ ਵੀ ਸੁਣਨ ਵਿੱਚ ਕੀ ਬਣੋ, ਸੁਣਨ ਵਿੱਚ ਕੀ ਬਣੋ, ਸੁਣਨ ਵਿੱਚ ਬਣੋ ਧੀਰੇ ਬਣੋ, ਧੀਮੇ, ਬੋਲਣ ਵਿੱਚ ਧੀਮੇ ਤੇ ਸੁਣਨ ਵਿੱਚ ਕਾਲੇ, ਸੌਰੀ ਮਾਫ ਕਰਨਾ, ਸੁਣਨ ਵਿੱਚ ਕੀ ਬਣੋ ਕਾਲੇ ਤੇ ਬੋਲਣ ਵਿੱਚ ਕੀ ਹੋਵੋ ਧੀਮੇ, ਘੱਟ ਬੋਲੋ, ਕੰਟਰੋਲ ਕਰੋ ਆਪਣੇ ਸ਼ਬਦਾਂ ਤੇ। ਅਗਰ ਬੋਲਣਾ ਹੀ ਹੈ ਤੇ ਖੁਦਾ ਦੀ ਮਹਿਮਾ ਦੇ ਗੀਤ, ਖੁਦਾ ਦੀ ਆਰਾਧਨਾ, ਖੁਦਾ ਦੇ ਕਲਾਮ ਬੋਲੋ। ਦੁਨਿਆਵੀ ਗੱਲਾਂ ਨਾ ਕਰੋ, ਉਹ ਗੱਲਾਂ ਨਾ ਅਸੀਂ ਕਰੀਏ ਜਿਨ੍ਹਾਂ ਦੇ ਵਿੱਚ ਕਿਸੇ ਦੀ ਨਿੰਦਿਆ ਛੁਪੀ ਹੋਵੇ। ਮੈਂ ਨਹੀਂ ਕਹਿੰਦਾ ਮੈਂ ਪਰਫੈਕਟ ਇਨਸਾਨ ਹਾਂ, ਔਰ ਬੜਾ ਅਦਭੁਤ ਵਚਨ ਹੈ ਜੋ ਸਾਨੂੰ ਸਿੱਧਤਾ ਦੀ ਵੱਲ ਵਧਣ ਦੇ ਵਿੱਚ ਸਾਡੀ ਮਦਦ ਕਰਦਾ ਹੈ, ਜੋ ਸਿੱਧ ਬਣਨ ਦੇ ਵਿੱਚ ਸਾਡੀ ਹੈਲਪ ਕਰਦਾ ਹੈ। ਕਿਉਂਕਿ ਖੁਦਾ ਦਾ ਕਲਾਮ ਜਦੋਂ ਅਸੀਂ ਪੜ੍ਹਦੇ ਹਾਂ ਤੇ ਲਿਖਿਆ ਹੈ ਜਿਹੜਾ ਬੋਲਣ ਵਿੱਚ ਨਹੀਂ, हिंदी च लिखा जो बोलने में वचन में नहीं चूकता वो सिद्ध इंसान है। हालेलुया, सब बोले हालेलुया। पढ़िए इस वचन नू, याकूब 3 दी एक आयत तो पढ़ना शुरू करिए। याकूब दी पत्री। हे मेरे भरावो, बाले उपदेशक ना बनो, क्यों जो तुसी जानते हो जो सानू वधीक सजा मिलेगी। यस, कहंदा बाले उपदेशक ना बनो। कई बारी ਅਸੀਂ ਦੂਸਰੇ ਨੂੰ ਬਹੁਤ ਹੀ ਜ਼ਿਆਦਾ ਸਿਖਾਉਣ ਲੱਗ ਜਾਂਦੇ ਆ, ਪਰ ਸਾਨੂੰ ਆਪਣੇ ਬੋਲਚਾਲ ਦਾ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਬੋਲਚਾਲ ਕਿੱਦਾਂ ਦਾ ਹੈ, ਸਾਡੀ ਬੋਲ ਬਾਣੀ ਕਿੱਦਾਂ ਦੀ ਹੈ। ਪਰਮੇਸ਼ਰ ਦਾ ਬੰਦਾ ਯਾਕੂਬ ਕਹਿੰਦਾ ਬਾਲੇ ਉਪਦੇਸ਼ਕ ਨਾ ਬਣੋ, ਕਿਉਂ ਜੋ ਤੁਸੀਂ ਜਾਣਦੇ ਨਹੀਂ ਹੋ ਕਿ ਸਾਨੂੰ ਉਪਦੇਸ਼ਕਾਂ ਨੂੰ ਕੀ ਹੋਵੇਗਾ, ਵੱਧ ਸਜ਼ਾ ਮਿਲੇਗੀ। ਫਿਰ ਇਸ ਲਈ ਜੋ ਅਸੀਂ ਸਭੇ ਬਹੁਤ ਭੁੱਲਣਹਾਰ ਹਾਂ, ਕਿਉਂ ਜੋ ਅਸੀਂ ਸਾਰੇ ਕਹਿੰਦਾ ਭੁੱਲਣਹਾਰ ਹਾਂ। ਜੇ ਕੋਈ ਵਚਨ ਵਿੱਚ ਨਾ ਭੁੱਲੇ, ਕਾਦੇ ਵਿੱਚ ਨਾ ਭੁੱਲੇ, ਵਚਨ ਵਿੱਚ ਨਾ ਭੁੱਲੇ, ਤਾਂ ਉਹ ਸਿੱਧ ਪੁਰਸ਼ ਹੈ। ਯੈਸ, ਸਿੱਧ ਪੁਰਸ਼ ਹੈ ਉਹ, ਜਿਹੜਾ ਕੋਈ ਸ਼ਬਦ ਵਿੰਗਾ ਟੇਢਾ ਨਹੀਂ ਨਾ ਜਿਹਦੇ ਮੂੰਹ ਦੇ ਵਿੱਚੋਂ ਨਿਕਲਦਾ, ਉਹ ਇੱਕ ਸਿੱਧ ਇਨਸਾਨ ਹੈ। ਇੱਕ ਐਗਜ਼ਾਮਪਲ ਇੱਥੇ ਦਵਾਂਗਾ। ਅਯੂਬ ਸਾਡੇ ਲਈ ਸਿੱਧ ਇਨਸਾਨ ਹੋਣ ਦਾ ਇੱਕ ਨਮੂਨਾ ਹੈ। ਬਾਈਬਲ 'ਚ ਲਿਖਿਆ ਜਦੋਂ ਉਹਦੇ ਜੀਵਨ ਦੇ ਵਿੱਚ ਦੁੱਖ ਆ ਗਿਆ, ਉਹਦਾ ਸਾਰਾ ਕੁਝ ਲੈ ਲਿਆ ਗਿਆ, ਉਹਦੇ ਬਾਲ ਬੱਚੇ ਮਰ ਗਏ, ਧਨ ਦੌਲਤ ਨੌਕਰ ਚਾਕਰ ਸਭ ਕੁਝ ਚਲਿਆ ਗਿਆ, ਔਰ ਖੁਦ ਉਹ ਬਿਮਾਰ ਹੋ ਗਿਆ, ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਉਹਦੇ ਬਦਨ ਦੇ ਉੱਤੇ ਫੋੜੇ ਹੋ ਗਏ। ਔਰ ਉਹਦੀ ਪਤਨੀ ਉਹਨੂੰ ਕਹਿ ਰਹੀ ਆ, ਕਹਿੰਦੀ ਕਿਹੜੇ ਪਰਮੇਸ਼ਰ ਦੀ ਤੂੰ ਆਰਾਧਨਾ ਕਰ ਰਿਹਾ ਹੈ, ਕਿਸ ਪਰਮੇਸ਼ਰ ਦੀ ਤੂੰ ਆਰਾਧਨਾ ਕਰਦਾ ਜਿਨੇ ਸਾਰਾ ਕੁਝ ਹੀ ਤੇਰੇ ਕੋਲ ਖੋ ਲਿਆ ਵਾ। ਪ੍ਰਿਯੋ ਧਿਆਨ ਦੇਣਾ ਸ਼ਬਦਾਂ ਦੇ ਉੱਤੇ। ਜੀਭ ਕੀ ਕਰ ਰਹੀ ਆ, ਉਹਦੀ ਪਤਨੀ ਕੀ ਬੋਲ ਰਹੀ ਆ ਆਪਣੀ ਜੀਭ ਤੋਂ, ਪਰ ਅਯੂਬ ਨੇ ਕੀ ਆਖਿਆ, ਕਹਿੰਦਾ ਤੂੰ ਕਿਹੜੀ ਤੀਵੀਂ ਆ, ਝੱਲੀ ਤੀਵੀਂ ਆ। ਜੇ ਖੁਦਾ, ਜਿਹੜਾ ਖੁਦਾ ਸਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਦਿੰਦਾ ਆ, ਕੀ ਅਸੀਂ ਮਾੜੀਆਂ ਨਾ ਲਈਏ ਉਹਦੇ ਕੋਲ? ਉਹਨੇ ਦਿੱਤਾ ਆ, ਉਹਨੇ ਲੈ ਲਿਆ ਵਾ, ਤੇ ਉਹਦਾ ਨਾਮ ਕੀ ਆ? ਕੋਈ ਗੱਲ ਨਹੀਂ, ਪਰਮੇਸ਼ਰ ਨੇ ਦਿੱਤਾ ਸੀ, ਉਹਨੇ ਲੈ ਲਿਆ, ਉਹਦਾ ਹੀਗਾ, ਔਰ ਉਹਨੇ ਆਪਣੇ ਮੂੰਹ ਤੋਂ ਪਰਮੇਸ਼ਰ ਨੂੰ ਫਟਕਾਰਿਆ ਨਹੀਂ। ਕਈ ਵਾਰੀ ਬਹੁਤ ਸਾਰੇ ਵਿਸ਼ਵਾਸੀ ਆਪਣੇ ਮੂੰਹ ਤੋਂ ਬੁਰਾ ਭਲਾ ਕਹਿ ਦਿੰਦੇ, ਪਰਮੇਸ਼ਰ ਨੂੰ, ਖੁਦਾ ਦੇ ਦਾਸਾਂ ਨੂੰ ਅਸੀਂ ਬੁਰਾ ਭਲਾ ਕਹਿ ਦਿੰਦੇ ਆ। ਕਈ ਲੋਕ ਸੰਗਤੀ ਨੂੰ ਛੱਡ ਦਿੰਦੇ ਆ। ਮਤਲਬ ਸੰਗਤੀ ਦਾ ਮਤਲਬ ਮੇਰੇ ਕਹਿਣ ਦਾ ਇਹ ਨਹੀਂ ਆ ਵੀ ਤੁਸੀਂ ਮੰਡਲੀ ਨੂੰ ਛੱਡ ਕੇ ਚਲੇ ਗਏ। ਸੰਗਤੀ ਨੂੰ ਛੱਡਣ ਦਾ ਮਤਲਬ ਪਰਮੇਸ਼ਰ ਦੇ ਨਾਲ ਸੰਗਤੀ ਕਰਨੀ ਛੱਡ ਦਿੰਦੇ ਆ। ਉਹ ਸਾਨੂੰ ਕਿਹੜਾ ਕੁਝ ਮਿਲਿਆ ਆ, ਸਾਨੂੰ ਕਿਹੜਾ ਕੁਝ। ਮੈਂ 2 ਦਿਨ ਹੋ ਗਏ ਵਿਜ਼ਿਟ ਕਰਦਿਆਂ ਨੂੰ, ਔਰ ਮੈਂ ਇਹ ਗੱਲ ਨੂੰ ਦੱਸ ਰਿਹਾ, ਇੱਕ ਭੈਣ ਹੀ, ਕੋਈ ਭੈਣ ਹੀਗੀ ਕਿਸੇ ਕਲੀਸਿਆ ਦੀ, ਦੱਸਦੇ 5-7 ਸਾਲ 10 ਸਾਲ ਹੋ ਗਏ ਉਹਨੂੰ ਚਰਚ ਜਾਂਦੀ ਨੂੰ। ਔਰ ਇੱਕ ਦਿਨ ਪਾਸਟਰ ਜੀ ਨੂੰ ਕਹਿਣ ਲੱਗੀ, ਪਾਸਟਰ ਜੀ ਮੈਨੂੰ ਤੇ ਅੱਜ ਤੱਕ ਕੁਝ ਮਿਲਿਆ ਨਹੀਂ ਜੋ ਮੈਂ ਆਪਣੀਆਂ ਮੰਗਾਂ ਲੈ ਕੇ ਆਈ ਹਾਂ, ਮੈਨੂੰ ਮਿਲਿਆ ਨਹੀਂ, ਮੈਨੂੰ ਦੱਸੋ ਮੈਨੂੰ ਕਿਉਂ ਨਹੀਂ ਮਿਲਿਆ। ਪਾਸਟਰ ਜੀ ਕਹਿੰਦੇ ਭੈਣ ਠੀਕ ਹੈ ਤੈਨੂੰ ਨਹੀਂ ਮਿਲਿਆ, ਕਿੰਨੇ ਸਾਲ ਹੋ ਗਏ ਤੈਨੂੰ ਚਰਚ ਆਉਂਦੀ ਨੂੰ? 4-5 ਸਾਲਾਂ ਤੋਂ ਤੂੰ ਆ ਰਹੀ ਹੈ, ਮੰਨ ਲਾ 10 ਸਾਲਾਂ ਤੋਂ, ਤੇ ਉਹਨਾਂ 5 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਜੋ ਕਲਾਮ ਮੈਂ ਤੈਨੂੰ ਸੁਣਾਇਆ ਵਾ,
जो कलाम मैं तेनू सुनाया ਉਹਦੇ ਵਿੱਚੋਂ ਕੁਛ ਮੈਨੂੰ ਦੱਸ ਵੀ ਤੂੰ ਕੀ ਸੁਣਿਆ ਕਲਾਮ ਦੇ ਵਿੱਚੋਂ। ਤੇ ਉਹ ਭੈਣ ਨੂੰ ਯਾਦ ਹੀ ਕੁਛ ਨਹੀਂ, ਉਹ ਭੈਣ ਦੇ ਅੰਦਰ ਕਲਾਮ ਹੀ ਨਹੀਂ, ਉਹ ਚੁੱਪ ਰਹਿ ਗਈ। ਤੇ ਖੁਦਾ ਦੇ ਸੇਵਕ ਨੇ ਕਿਹਾ, ਭੈਣ ਤੂੰ ਤੇ ਫਿਰ ਮਤਲਬ ਲੈਣ ਆਉਂਦੀ ਹੈ ਖੁਦਾ ਤੋਂ, ਤੇਰਾ ਮਨ ਖੁਦਾ ਵੱਲ ਥੋੜੀ ਲੱਗਾ ਹੈਗਾ, ਤੇਰਾ ਕਲਾਮ ਵੱਲ ਮਨ ਥੋੜੀ ਲੱਗਾ, ਤੇਰਾ ਤੂੰ ਤੇ ਸਿਰਫ ਮਤਲਬ ਲਈ ਆਉਂਦੀ ਹਾਂ। ਤੇ ਖੁਦਾ ਐਡਾ ਭੋਲਾ ਥੋੜੀ ਆ, ਖੁਦਾ ਐਡਾ ਮੂਰਖ ਥੋੜੀ ਆ। ਉਹ ਜਿਹੜੇ ਉਹਨੂੰ ਖੋਜਦੇ ਆ ਉਹਨਾਂ ਦੇ ਲਈ ਕੰਮ ਕਰਦਾ। ਬਾਈਬਲ 'ਚ ਲਿਖਿਆ ਉਹ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਆ। ਵਚਨ ਤੇਰੇ ਅੰਦਰ ਹੈ ਨਹੀਂ ਆ ਤੇ ਜੀਵਨ ਦੇ ਵਿੱਚ ਬਰਕਤਾਂ ਭਾਲਦੀਆਂ ਤੂੰ। ਖੁਦਾ ਮਾਫ ਕਰੇ, ਬੁਰਾ ਨਾ ਮਨਾਉਣਾ। ਇੱਥੇ ਮੰਡਲੀ ਦੇ ਵਿੱਚੋਂ ਅਗਰ ਸਾਰਿਆਂ ਨੂੰ ਕਹਿ ਦਿਓ ਨਾ ਦੁਆ ਕਰੋ, ਤੇ ਕਈਆਂ ਨੇ ਕਹਿਣਾ ਸਾਡੇ ਕੋਲ ਮੰਡਲੀ 'ਚ ਦੁਆ ਹੀ ਨਹੀਂ ਹੁੰਦੀ। ਮੰਡਲੀ 'ਚ ਦੁਆ ਤੇ ਸਾਨੂੰ ਕਰਨੀ ਨਹੀਂ ਆਉਂਦੀ, ਬਰਕਤ ਅਸੀਂ ਭਾਲਨੇ ਆ ਵੱਡੀਆਂ ਵੱਡੀਆਂ। ਇਹ ਆਉਣੀ ਚਾਹੀਦੀ ਆ ਸਾਨੂੰ ਮੰਡਲੀ 'ਚ ਦੁਆ ਕਰਨੀ। ਜੇ ਨਹੀਂ ਕਰ ਪਾਉਂਦੇ ਤੇ ਇਹਦਾ ਮਤਲਬ ਅਜੇ ਤੱਕ ਅਸੀਂ ਵਿਸ਼ਵਾਸੀ ਨਹੀਂ ਆ, ਅਜੇ ਤੱਕ ਅਸੀਂ ਉਹਦੀ ਭਗਤ ਨਹੀਂ ਆ, ਅਜੇ ਤੱਕ ਅਸੀਂ ਉਹਦੇ ਚੇਲੇ ਹੀ ਨਹੀਂ ਬਣੇ। ਸਾਨੂੰ ਮੰਡਲੀ ਦੇ ਵਿੱਚ ਦੁਆ ਕਰਨੀ ਹੋਣੀ ਚਾਹੀਦੀ। ਕਿਉਂ? ਕਿਉਂਕਿ ਅਸੀਂ ਬਚਪਨ ਤੋਂ ਮਸੀਹ ਨੂੰ ਜਾਣਨ ਵਾਲੇ ਆ। ਉਹ ਭੈਣ ਕਹਿੰਦੀ ਮੈਨੂੰ ਬਰਕਤ ਨਹੀਂ ਮਿਲੀ। ਪਾਸਟਰ ਕਹਿੰਦਾ ਤੇਰੇ ਅੰਦਰ ਵਚਨ ਤੇ ਹੈ ਨਹੀਂ ਆ, ਬਰਕਤ ਕਿੱਥੋਂ ਮਿਲਣੀ ਆ? ਬਰਕਤ ਤੇ ਵਚਨ ਨੇ ਦੇਣੀ ਆ। ਵਚਨ ਇੱਥੇ ਬਰਕਤਾਂ ਹੁਣ ਕੋ ਮੋਤੀ ਚੂਰ ਦੇ ਲੱਡੂ ਥੋੜੀ ਆ ਜਿਹੜੇ ਪਾਸਟਰ ਵੰਡਣ ਡਿਆ ਆ। ਬਾਈਬਲ 'ਚ ਲਿਖਿਆ ਆ, ਅਸੀਂ ਬਹੁਤ ਵਾਰੀ ਵਚਨ ਬੋਲਦੇ ਆ ਕਿ ਉਹ ਆਪਣਾ ਵਚਨ ਘੱਲ ਕੇ ਕੀ ਕਰਦਾ ਆ? ਉਹ ਆਪਣਾ ਵਚਨ ਘੱਲ ਕੇ ਉਹਨਾਂ ਨੂੰ ਕੀ ਕਰਦਾ? ਚੰਗਾ ਕਰਦਾ ਆ, ਨਰੋਆ ਕਰਦਾ, ਤੇ ਆਉਣ ਵਾਲੀ ਤਬਾਹੀ ਤੋਂ ਕੀ ਕਰਦਾ ਆ? ਵਚਨ ਤੇ ਪਰਮੇਸ਼ਰ ਨੇ ਆਪਣੇ ਦਾਸ ਦੇ ਦੁਆਰਾ ਘਲਾ ਦਿੱਤਾ ਆ। ਪਰ ਜੇ ਵਚਨ ਅੰਦਰ ਹੀ ਨਹੀਂ ਗਿਆ ਤੇ ਵਚਨ ਕੰਮ ਕਿੱਦਾਂ ਕਰੂਗਾ? ਹੁਣ ਪਾਸਟਰ ਜੀ ਕਹਿੰਦੇ ਦੁਆ ਕਰਿਆ ਕਰੋ, ਕਰਨੇ ਅਸੀਂ। ਪਾਸਟਰ ਜੀ ਕਹਿੰਦੇ ਆ ਸੰਗਤੀ ਕਰਨੀ ਜ਼ਰੂਰੀ ਆ, ਕਰਨੇ ਅਸੀਂ। ਬਾਈਬਲ ਪੜ੍ਹਨੀ ਜ਼ਰੂਰੀ ਆ, ਕਰਨੇ ਅਸੀਂ। ਸਿਰਫ ਪਾਸਬਾਨ ਨਹੀਂ ਕਹਿ ਰਿਹਾ, ਯੀਸ਼ੂ ਮਸੀਹ ਨੇ ਇਹ ਗੱਲ ਬੋਲੀ ਆ ਪ੍ਰਿਓ। ਚੇਲਿਆਂ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਜਦੋਂ ਗਤਸਮਨੀ ਬਾਗ ਦੇ ਵਿੱਚ ਗਏ ਤੇ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਭਲਾ ਕੀ ਆਖਿਆ? ਯਾਦ ਹੈ ਤੁਹਾਨੂੰ ਕੀ ਆਖਿਆ? ਯੈਸ, ਜਾਗਦੇ ਰਹੋ ਤੇ ਪ੍ਰਾਰਥਨਾ ਕਰਦੇ ਰਹੋ। ਕੀ ਨਾ ਹੋਵੇ ਕਿਤੇ। ਯੈਸ, ਤੁਹਾਡੇ ਉੱਤੇ ਪ੍ਰੀਖਿਆ ਨਾ ਆ ਜੇ, ਫਸ ਜਾਓਗੇ ਜੇ ਦੁਆ ਨਹੀਂ ਕਰੋਗੇ, ਜਾਗਦੇ ਨਾ ਰਹੋਗੇ। ਤੇ ਵਿਰੋਧੀ ਸ਼ੈਤਾਨ ਬਾਈਬਲ 'ਚ ਲਿਖਿਆ ਬੁੱਕ ਦੇ ਸ਼ੀ ਵਾਂਗੂ ਭਾਲਦਾ ਫਿਰਦਾ ਆ, ਕਿਹਨੂੰ ਫਾੜ ਖਾਏ। ਬਿਮਾਰੀ ਦੇ ਬੰਧਨ ਕਿੱਥੋਂ ਟੁੱਟਨੇ ਆ? ਦੁਆ ਤੇ ਸਾਨੂੰ ਕਰਨੀ ਆਉਂਦੀ ਨਹੀਂ ਆ। 5-10 ਮਿੰਟ ਤੋਂ ਵੱਧ ਤੇ ਅਸੀਂ ਖੁਦਾ ਦੀ ਹਜ਼ੂਰੀ 'ਚ ਨਹੀਂ ਬਹਿ ਸਕਦੇ। ਸਿਰਫ ਗੱਲਾਂ ਹੀ ਆ ਨਾ ਪਾਸਬਾਨ ਨੂੰ ਅਸੀਂ ਕਰ ਦਈਏ, ਮੈਨੂੰ ਚੰਗਿਆਈ ਨਹੀਂ ਮਿਲੀ, ਮੈਨੂੰ ਇਹ ਨਹੀਂ ਹੋਇਆ, ਮੈਨੂੰ ਉਹ ਨਹੀਂ ਹੋਇਆ। ਫਿਰ ਮੈਂ ਸਮਝਦਾ ਅਸੀਂ ਵੀ ਅਯੂਬ ਦੀ ਪਤਨੀ ਦੀ ਤਰ੍ਹਾਂ ਹੀ ਆ। ਸਿਰਫ ਬਰਕਤ ਵਾਲੀ ਖੁਦਾ ਨੂੰ ਅਸੀਂ ਧੰਨਵਾਦ ਦਿੰਨੇ ਆ। ਜਦੋਂ ਬਰਕਤ ਮਿਲ ਗਈ ਉਦੋਂ ਖੁਦਾ ਦਾ ਧੰਨਵਾਦ, ਜਦੋਂ ਨਾ ਮਿਲੀ ਤੇ ਖੁਦਾ ਨੇ ਮੈਨੂੰ ਦਿੱਤਾ ਹੀ ਕੀ ਆ। ਪਰ ਅਯੂਬ ਦੀ ਪਤਨੀ ਵਰਗੇ ਅਸੀਂ। ਪਰ ਅਯੂਬ ਨੇ ਆਪਣੇ ਮੂੰਹ ਤੋਂ ਆਪਣੇ ਪਰਮੇਸ਼ਰ ਨੂੰ ਬੁਰਾ ਭਲਾ ਆਖਿਆ ਨਹੀਂ। ਆਖਿਆ ਉਹਨੇ ਪਰਮੇਸ਼ਰ ਨੂੰ, ਕਹਿੰਦੇ ਜਿੱਥੇ ਵੀ ਰੱਖਿਆ ਪਰਮੇਸ਼ਰ ਨੇ ਉਹਦਾ ਧੰਨਵਾਦ ਆ। ਕੀ ਅਸੀਂ ਅਯੂਬ ਦੀ ਤਰ੍ਹਾਂ ਕਰਦੇ ਆ? ਪਰਮੇਸ਼ਰ ਨੇ ਐਵੇਂ ਹੀ ਅਯੂਬ ਦੀ ਗਵਾਹੀ ਨਹੀਂ ਦਿੱਤੀ, ਐਵੇਂ ਕਿਵੇਂ ਨਹੀਂ ਦੇ ਦਿੱਤੀ ਉਹਦੀ ਗਵਾਹੀ। ਪਰਮੇਸ਼ਰ ਨੇ ਕਿਹਾ ਅਯੂਬ ਉਸ ਸਮੇਂ ਦੇ ਲੋਕਾਂ ਦੇ ਵਿੱਚੋਂ ਕੀ ਸੀਗਾ? ਸਿੱਧ ਇਨਸਾਨ, ਸਿੱਧ, ਖਰਾ, ਜਿਹਦੇ ਵਿੱਚ ਕੋਈ ਔਗਣ ਨਾ ਹੋਵੇ, ਜਿਹਦੇ ਵਿੱਚ ਕੋਈ ਵੀ ਔਗਣ। ਉਹਨੇ ਆਪਣੀ ਜੀਭ ਤੋਂ ਕੋਈ ਵੀ ਬੁਰਾ ਭਲਾ ਸ਼ਬਦ ਨਹੀਂ ਬੋਲਿਆ। ਧਿਆਨ ਨਾਲ ਪੜ੍ਹਨਾ ਪੂਰਾ। ਜਦੋਂ ਅਯੂਬ ਦੇ ਜੀਵਨ ਨੂੰ ਪੜ੍ਹੀਏ ਤੇ ਉਹਦੇ ਯਾਰ, ਉਹਦੇ ਦੋਸਤ ਉਹਦੇ ਕੋਲ ਆਏ। 3 ਦੋਸਤ ਉਹਦੇ ਕੋਲ ਆਏ, ਉਹਦੇ ਨਾਲ ਵਾਦ ਵਿਵਾਦ ਕਰਦੇ ਆ। ਕਹਿੰਦੇ ਤੂੰ ਤੇ ਲੋਕਾਂ ਨੂੰ ਮੱਤਾਂ ਦਿੰਦਾ ਸੀ, ਇਹ ਕਰਦਾ ਸੀ, ਉਹ ਕਰਦਾ ਸੀ। ਜਦੋਂ ਦੁਖੀ ਹੋਏ ਇਨਸਾਨ ਤੇ ਉਦੋਂ ਆ ਕੇ ਹੌਸਲਾ ਦੇਣ ਦੀ ਬਜਾਏ ਉਹਦੇ ਦੋਸਤਾਂ ਨੇ ਵੀ ਉਹਦੇ ਨਾਲ ਬੜੀਆਂ ਗੱਲਾਂ ਬਾਤਾਂ ਕੀਤੀਆਂ। ਪਰ ਉਹਨੇ ਉਹਨਾਂ ਨੂੰ ਵੀ ਬੁਰਾ ਭਲਾ ਨਹੀਂ ਆਖਿਆ ਆਪਣੀ ਜੀਭ ਤੋਂ। ਉਹਨੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਬੁਰਾ ਭਲਾ ਨਹੀਂ ਆਖਿਆ। ਪਰਮੇਸ਼ਰ ਦੇ ਪਿਆਰੇ ਲੋਕੋ, ਉਹਨੇ ਆਪਣੀ ਜੀਭ ਦਾ ਇਸਤੇਮਾਲ ਕੀਤਾ, ਸਹੀ ਇਸਤੇਮਾਲ ਕੀਤਾ ਉਹਨੇ। ਆਖਿਰ ਦੇ ਬਾਕੀ ਕੀ ਹੋਇਆ? ਪਰਮੇਸ਼ਰ ਦਾ ਕ੍ਰੋਧ ਉਹਦੇ ਦੋਸਤਾਂ ਦੇ ਉੱਤੇ ਭੜਕਿਆ। ਪਰਮੇਸ਼ਰ ਕਹਿੰਦਾ ਹੁਣ ਏਦਾਂ ਕਰੋ ਵੀ ਮੇਰੇ ਬੰਦੇ ਅਯੂਬ ਦੇ ਲਈ ਭੇਂਟ ਲੈ ਕੇ ਜਾਓ। ਕੀ ਕਰੋ? ਭੇਂਟ ਲੈ ਕੇ ਜਾਓ। ਤੇ ਉਹਦੇ ਕੋਲੋਂ ਜਦੋਂ ਉਹ ਭੇਂਟ ਲੈ ਕੇ ਜਾਓਗੇ, ਉਹ ਤੁਹਾਡੇ ਲਈ ਦੁਆ ਕਰੇਗਾ। ਉਹ ਤੁਹਾਡੇ ਲਈ ਕੀ ਕਰੇਗਾ? ਦੁਆ ਕਰੇਗਾ। ਫਿਰ ਤੁਹਾਡੇ ਲਈ ਮਾਫੀ ਹੋਵੇਗੀ। ਪ੍ਰਿਯੋ ਨੇ ਆਪਣੀ ਜੀਭ ਤੋਂ ਇੱਕ ਲਫ਼ਜ਼ ਵੀ ਐਸਾ ਨਹੀਂ ਬੋਲਿਆ
ਇਸੇ ਕਾਰਨ ਮੈਂ ਸਮਝਦਾ ਖਰਾ ਸ਼ਬਦ ਵੀ ਉਹਦੇ ਲਈ ਇਸਤੇਮਾਲ ਕੀਤਾ ਗਿਆ, ਸਿੱਧ ਇਨਸਾਨ ਉਹਦੇ ਲਈ ਇਸਤੇਮਾਲ ਕੀਤਾ ਗਿਆ ਕਿ ਉਹ ਸਿੱਧ ਹੀਗਾ ਉਸ ਸਮੇਂ ਦੇ ਲੋਕਾਂ ਦੇ ਵਿੱਚੋਂ। ਕਿ ਅੱਜ ਅਸੀਂ ਆਪਣੀ ਜੀਭ ਦਾ ਇਸਤੇਮਾਲ ਕਿੱਦਾਂ ਕਰਦੇ? ਆਪਣੇ ਬੱਚਿਆਂ ਦੇ ਲਈ ਸਹੀ ਇਸਤੇਮਾਲ ਕਰਦੇ? ਅਸੀਂ ਕਿਤੇ ਗਾਲਾਂ ਤਾਂ ਨਹੀਂ ਕੱਢਦੇ ਆਪਣੇ ਬੱਚਿਆਂ ਨੂੰ ਅਸੀਂ? ਚਲੋ ਹੁਣ ਤੇ ਖੁਦਾ ਦੀ ਬੜੀ ਕਿਰਪਾ, ਪਹਿਲਾਂ ਤੇ ਤਈਆ ਤੇ ਪਤਾ ਨਹੀਂ ਕਈ ਕੁਛ ਕਰ ਦਿੰਦੀਆਂ ਹੁੰਦੀਆਂ ਸੀ ਬੀਬੀਆਂ, ਹਨਾ? ਕੀ ਹੋ ਜੇ, ਤੈਨੂੰ ਤਾਪ ਚੜ ਜੇ, ਤੈਨੂੰ ਉਹ ਹੋ ਜੇ, ਇਹ ਚੜ ਜੇ, ਤੇ ਮੁੜ ਕੇ ਭਾਵੇਂ ਜਦੋਂ ਚੜਦਾ ਹੋਵੇ ਫੇਰ ਸਿਰ ਨਹੀਂ ਛੱਡਦੀਆਂ ਹੋਣੀਆਂ ਵੀ ਇਹਨੂੰ ਕਿਉਂ ਹੋ ਗਿਆ। ਸਮਝਣਾ ਇਸ ਗੱਲ ਨੂੰ, ਇਹ ਸਿਰਫ ਇੱਕ ਵਿਅਕਤੀ ਦੇ ਲਈ ਗੱਲ ਨਹੀਂ ਆ, ਇਹ ਸਿਰਫ ਇੱਕ ਜਾਣੇ ਦੇ ਲਈ ਜਾਂ ਸਿਰਫ ਭੈਣਾਂ ਦੇ ਲਈ ਨਹੀਂ ਆ, ਭਰਾਵਾਂ ਦੇ ਲਈ ਵੀ ਆ। ਇਹ ਵਚਨ ਸਾਡੇ ਸਾਰਿਆਂ ਦੇ ਲਈ ਆ। ਪਰਮੇਸ਼ਰ ਦੇ ਪਿਆਰੇ ਲੋਕੋ, ਸਾਨੂੰ ਆਪਣੀ ਜੀਭ ਦਾ ਇਸਤੇਮਾਲ ਕਰਨਾ ਆਉਣਾ ਚਾਹੀਦਾ, ਸਹੀ ਇਸਤੇਮਾਲ ਕਰਨਾ ਚਾਹੀਦਾ। ਜਿਵੇਂ ਮੈਂ ਪਹਿਲਾਂ ਬੋਲ ਚੁੱਕਿਆ ਹਾਂ, ਸਾਨੂੰ ਬੋਲਣਾ ਚਾਹੀਦਾ ਹੈ ਅੱਛਾ ਇੱਕ ਦੂਸਰੇ ਦੇ ਲਈ। ਤੁਸੀਂ ਬੜੇ ਚੰਗੇ ਹੋ, ਖੁਦਾ ਦਾ ਆਤਮਾ ਤੁਹਾਡੇ ਅੰਦਰ ਹੈ, ਤੁਸੀਂ ਪਵਿੱਤਰ ਆਤਮਾ ਦੇ ਫਲਾਂ ਦੇ ਨਾਲ ਭਰੇ ਹੋ। ਹਰ ਰੋਜ਼ ਇੱਕ ਦੂਸਰੇ ਨੂੰ ਜਦੋਂ ਵੀ ਮਿਲੋ ਜ਼ਰੂਰ ਇਹ ਗੱਲਾਂ ਕਹੋ, ਵੱਧ ਤੋਂ ਵੱਧ ਚੰਗੇ ਸ਼ਬਦ ਕਹੋ। ਤੇ ਕਿਤੇ ਏਦਾਂ ਵੀ ਨਾ ਹੋਵੇ ਮੂੰਹ ਤੇ ਕਹੋ ਤੁਸੀਂ ਬੜੇ ਚੰਗੇ, ਤੁਸੀਂ ਵਾਹ, ਤੁਸੀਂ ਆਤਮਾ ਦੇ ਫਲਾਂ ਨਾਲ ਭਰੇ, ਤੇ ਜਦੋਂ ਲਾਗੋਂ ਚੱਲ ਜਾਏ ਤੇ ਮੁੜ ਕੇ ਕਹਿਣਾ ਸ਼ੁਰੂ ਕਰ ਦੋ ਬੜਾ ਅੰਤਰਾਈਓ। ਐਦਾਂ ਨਹੀਂ ਕਹਿਣਾ, ਐਦਾਂ ਵੀ ਨਹੀਂ ਕਹਿਣਾ, ਫਿਰ ਏਦਾਂ ਦਾ ਵੀ ਨਹੀਂ ਹੋਣਾ ਚਾਹੀਦਾ। ਕਿਉਂਕਿ ਬਾਈਬਲ ਸਿਖਾਉਂਦੀ ਆ ਇੱਕ ਸੋਤੇ ਚੋਂ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲਦਾ। ਇੱਕ ਸੋਤੇ ਦੇ ਵਿੱਚੋਂ ਦੀ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲਦਾ, ਜਾਂ ਤੇ ਖਾਰਾ ਨਿਕਲੇਗਾ ਤੇ ਜਾਂ ਫਿਰ ਮਿੱਠਾ ਨਿਕਲੇਗਾ। ਇੱਕ ਹੀ ਮੂੰਹ ਤੋਂ ਆਸ਼ੀਸ਼, ਧੰਨਵਾਦ ਖੁਦਾ ਦਾ ਨਿਕਲੇ, ਉਸੇ ਮੂੰਹ ਤੋਂ ਅਸੀਂ ਸ਼ਰਾਪ ਦਈਏ ਦੂਸਰਿਆਂ ਨੂੰ, ਗਾਲਾਂ ਕੱਢੀਏ, ਚੁਗਲੀਆਂ ਕਰੀਏ, ਤੇ ਏਦਾਂ ਹੋ ਸਕਦਾ ਨਹੀਂ ਹੈ। ਪਰਮੇਸ਼ਰ ਨੇ ਸਾਨੂੰ ਆਸ਼ੀਸ਼ ਦੇ ਵਾਸਤੇ ਬਣਾਇਆ ਹੈ, ਇਸ ਲਈ ਆਸ਼ੀਸ਼ ਸਾਡੇ ਮੂੰਹ ਦੇ ਵਿੱਚ ਹੈ। ਕਈ ਵਾਰੀ ਅਸੀਂ ਕਹਿੰਦੇ ਇਹ ਨਹੀਂ ਬਦਲ ਸਕਦਾ, ਇਹ ਨਹੀਂ ਬਦਲ ਸਕਦੀ। ਬਹੁਤ ਵਾਰੀ ਇਹ ਵਿਸ਼ਵਾਸੀਆਂ ਦੇ ਜੀਵਨ 'ਚ ਵੀ ਇਹ ਚੀਜ਼ ਹੁੰਦੀ ਹੋਏਗੀ। ਬੜੇ ਜਿਹੜੇ ਆਪਣੇ ਆਪ ਨੂੰ ਵਿਸ਼ਵਾਸੀ ਵੀ ਕਹਿੰਦੇ ਆ ਨਾ, ਉਹਨਾਂ ਦੇ ਜੀਵਨ 'ਚ ਵੀ ਇਹ ਚੀਜ਼ ਹੋਈ ਹੋਏਗੀ। ਉਹ ਇਹ ਬੜਾ ਢੀਠ ਹੈ, ਇਹਨੇ ਕਿੱਥੋਂ ਬਦਲਣਾ ਆ। ਪਰ ਕੀ ਸਾਨੂੰ ਵਚਨ ਦੀ ਤਾਕਤ ਦਾ ਪਤਾ ਹੈ? ਸਾਨੂੰ ਵਚਨ ਦੀ ਤਾਕਤ ਦਾ ਪਤਾ ਹੈ ਕਿ ਵਚਨ ਕੀ ਕਰ ਸਕਦਾ ਹੈ? ਪਰਮੇਸ਼ਰ ਦਾ ਕਲਾਮ ਕੁਛ ਵੀ ਕਰ ਸਕਦਾ ਹੈ, ਪਰ ਉਹਨਾਂ ਦੇ ਲਈ ਜੋ ਇਹਦਾ ਇਸਤੇਮਾਲ ਕਰਨਾ ਜਾਣਦੇ ਆ, ਉਹਨਾਂ ਦੇ ਲਈ ਜੋ ਇਹਦਾ ਇਸਤੇਮਾਲ ਕਰਨਾ ਜਾਣਦੇ ਆ, ਜਿਨ੍ਹਾਂ ਨੂੰ ਪਤਾ ਆ ਕਿ ਪਰਮੇਸ਼ਰ ਸਭ ਕੁਝ ਹੀ ਕਰਨ ਦੀ ਤਾਕਤ ਰੱਖਦਾ ਹੈ। ਉਹ ਬਾਈਬਲ 'ਚ ਲਿਖਿਆ, ਜਿਹਨੂੰ ਉਹ ਵਿੰਗਾ ਕਰ ਦੇਵੇ, ਪਰਮੇਸ਼ਰ ਜਿਹਨੂੰ ਵਿੰਗਾ ਕਰਦੇ ਉਹਨੂੰ ਕੋਈ ਸਿੱਧਾ ਨਹੀਂ ਕਰ ਸਕਦਾ, ਤੇ ਜਿਹਨੂੰ ਉਹ ਸਿੱਧਾ ਕਰਦੇ ਉਹਨੂੰ ਕੋਈ ਵਿੰਗਾ ਨਹੀਂ ਕਰ ਸਕਦਾ। ਪਰਮੇਸ਼ਰ ਉਹ ਕੰਮ ਕਰ ਸਕਦਾ ਹੈ ਜੋ ਪੂਰੀ ਦੁਨੀਆ ਨਹੀਂ ਕਰ ਸਕਦੀ, ਜੋ ਸੰਸਾਰ ਤੋਂ ਨਹੀਂ ਹੋ ਸਕਦੇ। ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਉਹਨੂੰ ਜੀਭ ਦਾ ਇਸਤੇਮਾਲ ਕਰਨਾ ਆਉਣਾ ਚਾਹੀਦਾ ਆ। ਅੱਛਾ ਬੋਲੋ ਆਪਣੇ ਬੱਚਿਆਂ ਦੇ ਲਈ, ਆਪਣੇ ਪਰਿਵਾਰ ਦੇ ਲਈ, ਆਪਣੇ ਪੜੋਸੀਆਂ ਦੇ ਲਈ। ਹੋ ਸਕਦਾ, ਮੈਂ ਨਹੀਂ ਕਹਿੰਦਾ ਕਿ ਅਸੀਂ ਸਿੱਧ ਇਨਸਾਨ ਆ ਜਾਂ ਮੈਂ ਬੜਾ ਸਿੱਧ ਹਾਂ, ਹੋ ਸਕਦਾ ਸਾਡੇ ਜੀਵਨ ਦੇ ਵਿੱਚ ਵੀ ਮੇਰੇ ਜੀਵਨ ਦੇ ਵਿੱਚ ਇਸ ਚੀਜ਼ ਦੀ ਕਮੀ ਹੋਏ। ਇਸੇ ਲਈ ਖੁਦਾ ਨੇ ਸਾਨੂੰ ਇਹ ਕਲਾਮ ਦਿੱਤਾ ਹੈ ਕਿ ਅਸੀਂ ਆਪਣੇ ਸ਼ਬਦਾਂ ਦਾ ਸਹੀ ਇਸਤੇਮਾਲ ਕਰਨਾ ਸ਼ੁਰੂ ਕਰੀਏ, ਕਿਉਂਕਿ ਜਦੋਂ ਅਸੀਂ ਬੋਲਾਂਗੇ ਪਰਮੇਸ਼ਰ ਵੈਸਾ ਹੀ ਕਰ ਦੇਵੇਗਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਬੋਲਿਆ ਆਕਾਸ਼ ਬਣ ਜੇ, ਤੇ ਕੀ ਹੋਇਆ? ਆਕਾਸ਼ ਬਣ ਗਿਆ। ਪਰਮੇਸ਼ਰ ਨੇ ਕਿਹਾ ਸੁੱਕੀ ਜ਼ਮੀਨ ਆ ਜੇ, ਸੁੱਕੀ ਜ਼ਮੀਨ ਬਣ ਗਈ। ਪਰਮੇਸ਼ਰ ਨੇ ਕਿਹਾ ਸਮੁੰਦਰ ਬਣ ਜਾਣ, ਸਮੁੰਦਰ ਬਣ ਗਏ। ਪਰਮੇਸ਼ਰ ਨੇ ਕਿਹਾ ਤਾਰੇ ਬਣ ਜਾਣ, ਤਾਰੇ ਬਣ ਗਏ। ਸੂਰਜ ਬਣਾਤਾ। ਵਾ ਸਭ ਕੁਝ ਪਰਮੇਸ਼ਰ ਨੇ ਬੋਲ ਕੇ ਬਣਾ ਦਿੱਤਾ। ਹਾਲੇਲੂਇਆ। ਸਭ ਬੋਲੇ ਹਾਲੇਲੂਇਆ। ਪ੍ਰਿਯੋ, ਅਸੀਂ ਆਪਣੀ ਜੀਭ ਦਾ ਸਹੀ ਇਸਤੇਮਾਲ ਕਰਕੇ ਦੂਸਰਿਆਂ ਦੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ। ਮੈਂ ਕਹਿੰਦਾ ਅਸੀਂ ਬਦਲ ਸਕਦੇ ਹਾਂ, ਵਿਸ਼ਵਾਸ ਕਰਨ ਵਾਲੇ ਬਦਲ ਸਕਦੇ ਹਾਂ ਆਪਣੀ ਜੀਭ ਦਾ ਸਹੀ ਇਸਤੇਮਾਲ ਕਰਕੇ। ਮੈਂ ਕਹਿੰਦਾ ਇੱਕ ਗਲਤ ਵਿਅਕਤੀ ਨੂੰ ਕਹੋ ਤੁਸੀਂ ਬਹੁਤ ਚੰਗੇ ਹੋ, ਤੁਹਾਡਾ ਜੀਵਨ ਪੂਰੀ ਤਰ੍ਹਾਂ ਖੁਦਾ ਨੇ ਬਲੈਸ ਕੀਤਾ ਤੁਹਾਨੂੰ, ਤੁਸੀਂ ਮੇਰੇ ਨਾਲੋਂ ਚੰਗੇ ਹੋ। ਕਹੋ ਤੁਸੀਂ ਮੇਰੇ ਨਾਲੋਂ, ਰੋਜ਼ ਕਹੋ, ਜਦੋਂ ਵੀ ਮਿਲੇ ਕਹੋ ਤੁਸੀਂ ਮੇਰੇ ਨਾਲੋਂ ਬਹੁਤ ਚੰਗੇ ਹੋ, ਤੁਸੀਂ ਬਹੁਤ ਸੁੰਦਰ ਹੋ ਮੇਰੇ ਨਾਲੋਂ। ਮੇਰੇ ਸਾਹਮਣੇ ਨਾ ਕਿਉਂ, ਬਾਅਦ ਚ ਵੀ ਕਿਉਂ। ਜਦੋਂ ਮਤਲਬ ਆਪਣੀ ਜੀਭ ਦਾ ਇਸਤੇਮਾਲ ਸਹੀ ਵਾਲਾ ਇਸਤੇਮਾਲ ਕਰਨਾ ਸ਼ੁਰੂ ਕਰੋ, ਕਿਉਂਕਿ ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ। ਯਸ਼ਾਇਆ ਦੀ ਕਿਤਾਬ ਜਦੋਂ ਅਸੀਂ ਪੜ੍ਹਦੇ ਹਾਂ, ਉਸ ਜਗ੍ਹਾ ਤੇ ਪਰਮੇਸ਼ਰ ਕਹਿੰਦੇ ਮੈਂ ਮੂੰਹ ਦੇ ਫਲ ਨੂੰ ਕੀ ਕਰਨ ਵਾਲਾ ਹਾਂ, ਉਤਪੰਨ ਕਰਨ ਵਾਲਾ। 57 ਅਧਿਆਏ ਦੇ 19 ਵਚਨ ਦੇ ਵਿੱਚ ਲਿਖਿਆ ਹੈ,
मैं मुंह के फल का सृजनहार हूं, यहोवा ने कहा है। पढ़िए पंजाबी च 57 ਦੀ 19। मैं बुल्लां दा फल उत्पन्न करदा हां दूर बस मैं बुल्लां दा फल की कर दिना वा। जो साडे बुल्लां दे विचों शब्द निकलदे आ ਉਹ ਜ਼ਿੰਦਗੀਆਂ ਨੂੰ ਬਦਲਣ ਵਾਲੇ ਸ਼ਬਦ ਨੇ, ਉਹ ਆਸ਼ੀਸ਼ ਵਾਲੇ ਸ਼ਬਦ ਹੋਣੇ ਚਾਹੀਦੇ ਆ। ਪਰ ਮੈਂ ਸਮਝਦਾ ਹਾਂ ਜੀਭ ਤੇ ਅੱਛਾ ਬੋਲੇਗੀ, ਜੀਭ ਦੇ ਸ਼ਬਦਾਂ ਨੂੰ ਤਾਂ ਅਸੀਂ ਬੋਲ ਦੇਵਾਂਗੇ, ਪਰ ਸਾਡੇ ਕੰਮ ਵੀ ਬੋਲਣੇ ਚਾਹੀਦੇ ਆ, ਸਾਡੇ ਕੰਮ ਵੀ ਬੋਲਣੇ ਚਾਹੀਦੇ ਆ। ਕਿੰਨਿਆਂ ਨੂੰ ਮੇਰੀ ਗੱਲ ਇਹ ਸਮਝ ਆ ਰਹੀ ਹੈ? ਕਿਉਂਕਿ ਬਾਈਬਲ 'ਚ ਲਿਖਿਆ ਰੁੱਖ ਆਪਣੇ ਫਲਾਂ ਤੋਂ ਕੀ ਆ ਪਛਾਣਿਆ ਜਾਂਦਾ ਹੈ। ਰੁੱਖ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ। ਜੇ ਇੱਕ ਵਿਅਕਤੀ ਗਾਲਾਂ ਕੱਢਦਾ ਤੇ ਅਸੀਂ ਉਹਨੂੰ ਕੀ ਕਵਾਂਗੇ? ਵਾਹ ਜੀ ਵਾਹ, ਹੋਰ ਭਗਤਾ ਕੀ ਹਾਲ ਆ, ਏਦਾਂ ਕਵਾਂਗੇ? ਇੱਕ ਸ਼ਰਾਬੀ ਬੰਦਾ ਗਾਲਾਂ ਕੱਢਦਾ, ਉਹਨੂੰ ਕੀ ਕਹੋਗੇ ਤੁਸੀਂ? ਜਾਂ ਸੰਸਾਰਿਕ ਲੋਕ ਕੀ ਕਹਿੰਦੇ ਉਹਨੂੰ? ਕੀ ਕਹਿੰਦੇ ਉਹਨੂੰ? ਵਿਸ਼ਵਾਸੀ ਕਹਿੰਦੇ ਉਹਨੂੰ? ਭਗਤ ਕਹਿੰਦੇ ਉਹਨੂੰ? ਕੀ ਕਹਿੰਦੇ ਆ? ਯੈਸ, ਸ਼ਰਾਬੀ ਕਹਿ ਸਕਦੇ ਆ, ਅਮਲੀ ਕਹਿ ਸਕਦੇ ਆ, ਜਾਂ ਫਿਰ ਗਲਤ ਸ਼ਬਦ ਇਸਤੇਮਾਲ ਕੀਤੇ ਜਾਂਦੇ ਆ। ਇਹ ਬੜਾ ਗੰਦਾ ਬੰਦਾ। ਕਿਉਂ? ਕਿਉਂਕਿ ਗੰਦੀਆਂ ਗਾਲਾਂ ਕੱਢਦਾ ਹੈ। ਸੰਸਾਰ ਦੇ ਵਿੱਚ ਉਹਨੂੰ ਬੋਲਿਆ ਜਾਂਦਾ ਐਸਾ। ਸੁਣਨਾ ਬੜੇ ਧਿਆਨ ਦੇ ਨਾਲ, ਸਭ ਧਿਆਨ ਕਰੋ ਮੇਰੇ ਵੱਲ ਪ੍ਰਿयो। ਆਪਣੀ ਜੀਭ ਦਾ ਅੱਜ ਤੋਂ ਹੀ ਮੈਂ ਕਹਿੰਦਾ ਸਾਨੂੰ ਸਾਰਿਆਂ ਨੂੰ ਸਹੀ ਇਸਤੇਮਾਲ ਕਰਨਾ ਆਉਣਾ ਚਾਹੀਦਾ ਆ। ਅਸੀਂ ਆਸ਼ੀਸ਼ ਦੇ ਲਈ ਬਣਾਏ ਗਏ ਆ, ਅਸੀਂ ਆਸ਼ੀਸ਼ ਲੈਣ ਦੇ ਲਈ ਤੇ ਆਸ਼ੀਸ਼ ਦੇਣ ਦੇ ਵਾਸਤੇ ਬਣਾਏ ਗਏ ਆ। ਸਾਡੇ ਮੂੰਹ ਚੋਂ ਆਸ਼ੀਸ਼ ਦੇ ਵਚਨ, ਬਰਕਤ ਦੇ ਵਚਨ ਨਿਕਲਣੇ ਚਾਹੀਦੇ ਆ, ਚੰਗੇ ਬੋਲ ਨਿਕਲਣੇ ਚਾਹੀਦੇ ਆ। ਆਪਣੇ ਬੱਚਿਆਂ ਦੇ ਲਈ, ਆਪਣੇ ਪਤੀ ਦੇ ਲਈ, ਆਪਣੀ ਪਤਨੀ ਦੇ ਲਈ ਚੰਗੇ ਬੋਲ ਬੋਲਣੇ ਚਾਹੀਦੇ ਆ। ਫਿਰ ਪਰਮੇਸ਼ਰ ਦਾ ਕਲਾਮ ਸਾਨੂੰ ਹੋਰ ਕੀ ਸਿਖਾਉਂਦਾ ਹੈ? ਯਸ਼ਾਇਆ ਦੇ ਵਿੱਚ ਅਸੀਂ ਦੇਖਿਆ ਹੈ ਕਿ ਪਰਮੇਸ਼ਰ ਸਾਡੇ ਬੁੱਲਾਂ ਦੇ ਫਲ ਨੂੰ ਕੀ ਕਰ ਦਿੰਦਾ ਹੈ? ਉਤਪੰਨ ਕਰ ਦਿੰਦਾ ਹੈ। ਜੋ ਬਿਮਾਰ ਆ ਉਹ ਕਹਿ ਸਕਦੇ ਇਸ ਵਚਨ ਨੂੰ, ਉਹਦੇ ਕੋੜੇ ਖਾਣ ਦੇ ਦੁਆਰਾ ਮੈਂ ਕੀ ਹੋ ਚੁੱਕਾ ਵਾਂ? ਚੰਗਾ ਹੋ ਚੁੱਕਾ। ਹਰ ਰੋਗੀ ਇਸ ਗੱਲ ਨੂੰ ਰੋਜ਼ ਬੋਲੇ, ਹਰ ਰੋਗੀ ਇਸ ਗੱਲ ਨੂੰ, ਇਸ ਵਚਨ ਨੂੰ ਵਿਸ਼ਵਾਸ ਦੇ ਨਾਲ ਬੋਲੇ, ਦ੍ਰਿੜਤਾ ਦੇ ਨਾਲ ਬੋਲੇ। ਉਹਦੇ ਕੋੜੇ ਖਾਣ ਦੁਆਰਾ ਮੈਂ ਚੰਗਾ ਹੋ ਚੁੱਕਾ, ਉਹਦੇ ਮਾਰ ਖਾਣ ਦੇ ਦੁਆਰਾ ਮੈਂ ਨਰੋਇਆ ਹੋ ਚੁੱਕਾ ਆ। ਮੇਰੀਆਂ ਬਿਮਾਰੀਆਂ ਉਹਨੇ ਸਲੀਬ ਤੇ ਕੀ ਕੀਤੀਆਂ ਨੇ? ਹਰ ਰੋਜ਼ ਇਸ ਵਚਨ ਨੂੰ ਬੋਲੋ, ਮਤਲਬ ਗੀਤ ਦੀ ਤਰ੍ਹਾਂ ਇਸ ਵਚਨ ਨੂੰ ਹਰ ਰੋਜ਼ ਬੋਲਦੇ ਰਹੋ ਆਪਣੇ ਮੂੰਹ ਚੋਂ। ਜਦੋਂ ਤੁਸੀਂ ਬੋਲੋਗੇ ਚੰਗਿਆਈ ਰਿਲੀਜ਼ ਹੋਏਗੀ, ਤੁਹਾਡੀ ਜੀਭ ਦੇ ਦੁਆਰਾ ਛੁਟਕਾਰਾ ਰਿਲੀਜ਼ ਹੋਏਗਾ ਔਰ ਖੁਦਾ ਦੀ ਮਹਿਮਾ ਨੂੰ ਤੁਸੀਂ ਵੇਖੋਗੇ। ਆਮੀਨ, ਹਾਲੇਲੂਇਆ। ਕਿਉਂਕਿ ਬਾਈਬਲ 'ਚ ਲਿਖਿਆ, ਜਦੋਂ ਅਸੀਂ ਰੋਮੀਆਂ ਦੀ ਪੱਤਰੀ ਨੂੰ ਪੜ੍ਹਦੇ ਹਾਂ, ਰੋਮੀਆਂ ਦੀ ਪੱਤਰੀ ਉਹਦਾ 10 ਅਧਿਆਇ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਦੇ 5 ਵਚਨ ਤੋਂ ਪਰਮੇਸ਼ਰ ਦਾ ਵਚਨ ਮੈਨੂੰ ਔਰ ਤੁਹਾਨੂੰ ਕੀ ਸਿਖਾਉਂਦਾ? ਹਾਂਜੀ ਪੜ੍ਹੀਏ 5 ਵਚਨ ਤੋਂ। ਸੋ ਜਦੋਂ ਅਸੀਂ ਨੇਚਾ ਨਾਲ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਵਰ ਵੱਲ ਸ਼ਾਂਤੀ ਰੱਖੀਏ। ਯੈਸ, ਕਹਿੰਦਾ ਸੀ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰਾਏ ਗਏ ਹਾਂ, ਇਸ ਲਈ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਸੀਂ ਸ਼ਾਂਤੀ ਰੱਖੀ ਆਪਣੇ ਅੰਦਰ, ਜਿਹਦੇ ਰਾਹੀਂ ਵੀ ਅਸੀਂ ਨੇਚਾ ਨਾਲ ਉਸ ਕਿਰਪਾ ਵਿੱਚ ਆਪਣੇ ਜਿਸ ਉੱਤੇ ਖਲੋਤੇ ਹਾਂ ਅਤੇ ਪਰਮੇਸ਼ਵਰ ਦੇ ਪ੍ਰਤਾਪ ਦੀ ਆਸ ਉੱਤੇ ਅਭਿਮਾਨ ਕਰੀਏ। ਜੀ, ਨਿਰਾ ਇਹੋ ਨਹੀਂ ਸਗੋਂ ਵਿਪਤਾ ਵਿੱਚ ਵੀ ਅਭਿਮਾਨ ਕਰੀਏ। ਯੈਸ, ਕਹਿੰਦਾ ਪਰਮੇਸ਼ਰ ਨੇ ਜੋ ਸਾਨੂੰ ਆਸ ਦਿੱਤੀ ਆ ਉਹਦੇ ਤੇ ਸਾਨੂੰ ਮਾਣ ਕਰਨਾ ਚਾਹੀਦਾ ਵਾ। ਹਰ ਚੀਜ਼ ਦੇ ਲਈ ਪਰਮੇਸ਼ਰ ਨੇ ਸਾਨੂੰ ਆਸ ਦਿੱਤੀ ਆ, ਹਰ ਮੁਸ਼ਕਿਲ ਦਾ। ਹਨਾ, ਬੜਾ ਅੱਛਾ ਭਜਨ ਪ੍ਰਭੂ ਦੀ ਬੰਦੀ ਨੇ, ਪ੍ਰਭੂ ਦੀ ਦਾਸੀ ਨੇ, ਭੈਣ ਨੇ ਗਾਇਆ ਆ। ਹਰ ਮੁਸ਼ਕਿਲ ਦੇ ਵਿੱਚ ਮੇਰਾ ਯਿਸੂ ਮੇਰੇ ਨਾਲ ਨਾਲ ਹੈ। ਆਪਣੇ ਪੜੋਸੀ ਨੂੰ ਗਾ ਕੇ ਕਹੋ ਥੋੜਾ ਜਿਹਾ, ਹਰ ਮੇਰਾ ਯਿਸੂ ਮੇਰੇ ਨਾਲ ਹੈ। ਬਾਪ ਵਾਂਗੂ ਕਰਦਾ ਫਿਕਰ, ਬਾਪ ਵਾਂਗੂ ਕਰਦਾ ਫਿਕਰ, ਤੇ ਮਾਂ ਵਾਂਗੂ ਰੱਖਦਾ ਖਿਆਲ ਹੈ। ਹਰ ਮੁਸ਼ਕਿਲ ਦੇ ਵਿੱਚ ਮੇਰਾ ਯਿਸੂ ਮੇਰੇ ਨਾਲ ਹੈ। ਦਿਲ ਦੇ
ਇਸ ਗੱਲ ਨੂੰ ਮਹਿਸੂਸ ਕਰੋ ਕਿ ਜਦੋਂ ਇੱਕ ਮਾਂ ਦਾ ਬੱਚਾ ਬਿਮਾਰ ਹੁੰਦਾ ਆ ਤੇ ਮਾਂ ਉਹਦੀ ਕੇਅਰ ਕਿੱਦਾਂ ਕਰਦੀ, ਉਹਦੀ ਸਾਂਭ ਸੰਭਾਲ ਕਿੱਦਾਂ ਕਰਦੀ ਆ। ਉਹਨੂੰ ਚੁੰਮਦੀ ਆ, ਉਹਨੂੰ ਆਪਣੇ ਗਲ ਨਾਲ ਲਾਉਂਦੀ ਆ, ਉਹਨੂੰ ਕਦੀ ਮੋਢੇ ਨਾਲ ਲਾਉਂਦੀ ਆ, ਕਦੀ ਕੁਛ ਕਰੇਗੀ। ਬੇਚੈਨ ਹੋ ਜਾਂਦੀ ਮਾਂ ਜਦੋਂ ਉਹਦਾ ਬੱਚਾ ਬਿਮਾਰ ਹੁੰਦਾ। ਇੰਨੀ ਚਿੰਤਾ ਸਾਡਾ ਪਰਮੇਸ਼ਰ ਕਰਦਾ ਹੈ। ਇਹ ਹੈ ਉਹਦੀ ਮੁਹੱਬਤ। ਇਹਦੇ ਲਈ ਵੀ ਉਹਨੇ ਸਾਨੂੰ ਆਸ ਦਿੱਤੀ ਆ। ਕਹਿੰਦਾ ਘਬਰਾਓ ਨਹੀਂ, ਕਿਉਂਕਿ ਮੈਂ ਦੁਨੀਆ ਦੇ ਅੰਤ ਤੱਕ ਤੁਹਾਡੇ ਨਾਲ ਹਾਂ। ਹਾਲੇਲੂਇਆ। ਇਹ ਉਹਨੇ ਸਾਨੂੰ ਆਸ ਦਿਵਾਈ ਹੈ, ਉਹਦੇ ਵਾਅਦੇ ਨੇ। ਹਾਂਜੀ, ਕਿਉਂ ਜੋ ਇਹ ਜਾਣਦੇ ਹਾਂ ਭਾਈ ਬਿਪਤਾ ਧੀਰਜ ਪੈਦਾ ਕਰਦੀ ਹੈ। ਕਹਿੰਦਾ ਬਿਪਤਾ ਧੀਰਜ ਪੈਦਾ ਕਰਦੀ ਆ, ਅਤੇ ਧੀਰਜ ਦ੍ਰਿੜਤਾ ਪੈਦਾ ਕਰਦਾ, ਆਸ ਪੈਦਾ ਕਰਦੀ ਅਤੇ ਆਸ ਸ਼ਰਮਿੰਦਿਆ ਨਹੀਂ ਕਰਦੀ। ਯੈਸ ਤੁਸੀਂ ਹੋਰ ਪੜ੍ਹੀ ਜਾ ਰਹੇ ਹੋ। ਰੋਮੀਆਂ 10 ਬਾਬ ਦੀ 5 ਆਇਤ। ਸੁਣਨਾ ਬੜੇ ਧਿਆਨ ਦੇ ਨਾਲ। ਮੂਸਾ ਲਿਖਦਾ ਹੈ, ਜਿਹੜਾ ਮਨੁੱਖ ਉਸ ਧਰਮ ਨੂੰ ਪੂਰਾ ਕਰਦਾ ਹੈ ਜੋ ਸ਼ਰਅ ਤੋਂ ਹੈ, ਉਹ ਉਹਦੇ ਨਾਲ ਜੀਵੇਗਾ। ਯੈਸ, ਪਰਮੇਸ਼ਰ ਦੇ ਵਿੱਚ ਜੋ ਅਸੀਂ ਨੇਚਰ ਰੱਖਦੇ ਆ, ਉਹਦੇ ਦੁਆਰਾ ਸਾਡੀ ਮੁਕਤੀ ਹੋਈ ਆ, ਉਹਦੇ ਦੁਆਰਾ ਸਾਡਾ ਉਦਾਰ ਹੋਇਆ ਹੈ। ਫਿਰ ਕਹਿੰਦਾ ਜਿਹੜੇ ਵਿਸ਼ਵਾਸ ਦੇ ਰਾਹੀਂ ਅਸੀਂ ਮੁਕਤੀ ਪਾਈ ਆ, ਉਹ ਵਿਸ਼ਵਾਸ ਦੇ ਰਾਹੀਂ ਪਰਮੇਸ਼ਰ ਸਾਨੂੰ ਕਹਿੰਦਾ ਵੀ ਇਹ ਨਾ ਸੋਚ ਜੋ ਆਕਾਸ਼ ਉੱਤੇ ਕੌਣ ਚੜੇਗਾ, ਮਸੀਹ ਨੂੰ ਥੱਲੇ ਲਿਆਉਣ ਦੇ ਲਈ, ਜਾਂ ਅਥਾਹ ਕੁੰਡ ਪਤਾਲ ਵਿੱਚ ਕੌਣ ਉਤਰੇਗਾ, ਮਸੀਹ ਨੂੰ ਜਿਉਂਦਾ ਉਠਾਉਣ ਦੇ ਲਈ। ਪਰਮੇਸ਼ਰ ਦਾ ਵਚਨ ਕੀ ਆਖਦਾ ਹੈ? ਬਾਣੀ ਤੇਰੇ ਕੋਲ ਆ, ਤੇਰੇ ਬਾਣੀ ਤੇਰੇ, ਇੱਧਰ ਦੇਖੋ ਮੇਰੇ ਵੱਲ, ਬਾਣੀ ਤੇਰੇ, ਵਚਨ ਤੁਹਾਡੇ ਕੋਲ ਆ, ਬਾਣੀ ਤੇਰੇ ਕੋਲ ਹੈ, ਤੇਰੇ। ਯੈਸ, ਸੁਣੀਏ ਬੜੇ ਧਿਆਨ ਦੇ ਨਾਲ। ਇਹ ਗੱਲਾਂ ਸਾਡੇ ਕੰਮ ਆਉਣ ਵਾਲੀਆਂ ਗੱਲਾਂ ਹਨ। ਬਾਣੀ, ਪਰਮੇਸ਼ਰ ਕਹਿ ਰਿਹਾ ਬਾਣੀ ਤੇਰੇ ਮੂੰਹ ਦੇ ਵਿੱਚ ਆ। ਅਸੀਂ ਗੱਲ ਕਰ ਰਹੇ ਜੀਭ ਦੀ। ਜੇ ਉਸ ਬਾਣੀ ਨੂੰ ਅਸੀਂ ਇਸਤੇਮਾਲ ਕਰਾਂਗੇ ਨਾ, ਤੇ ਉਹ ਬਾਣੀ, ਉਹ ਵਚਨ ਸਾਡੇ ਜੀਵਨ ਦੇ ਵਿੱਚ ਕੰਮ ਕਰੇਗਾ। ਅੱਗੇ ਪੜ੍ਹੀਏ, ਕਹਿੰਦਾ ਬਾਣੀ ਤੇਰੇ ਮੂੰਹ 'ਚ ਆ, ਤੇਰੇ ਮਨ ਵਿੱਚ ਆ। ਇਹ ਉਹ ਨੇਚਾ ਦੀ ਬਾਣੀ ਆ। ਪਰਮੇਸ਼ਰ ਦਾ ਬੰਦਾ ਪਾਲੂਸ ਕਹਿੰਦਾ, ਜਿਹਦਾ ਅਸੀਂ ਪ੍ਰਚਾਰ ਕਰਦੇ ਹਾਂ, ਜੇ ਤੂੰ ਆਪਣੇ ਮੂੰਹ ਨਾਲ ਯਿਸੂ ਮਸੀਹ ਦਾ ਇਕਰਾਰ ਕਰੇ, ਆਪਣੇ ਦਿਲ ਤੋਂ ਮੰਨ ਲਏ, ਪਰਮੇਸ਼ਰ ਨੇ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ, ਤਾਂ ਤੂੰ ਕੀ ਕਰੇਗਾ? ਬਚਾਂਗੇ ਅਸੀਂ ਤਾਂ ਜਦ ਤੱਕ ਅਸੀਂ ਜਦੋਂ ਬਪਤਿਸਮਾ ਲਿਆ ਜਾਂਦਾ, ਪਾਸਬਾਨ ਸਾਨੂੰ ਕਹਿੰਦਾ ਨਾ, ਪਾਸਬਾਨ ਸਾਨੂੰ ਇਸ ਗੱਲ ਦੇ ਲਈ ਬੋਲਦਾ ਹੈ ਕਿ ਆਪਣੇ ਮੂੰਹ ਤੋਂ ਬੋਲੋ ਕਿ ਪ੍ਰਭੂ ਯਿਸੂ ਮਸੀਹ, ਤੁਸੀਂ ਮੇਰੇ ਲਈ ਧਰਤੀ ਦੇ ਉੱਤੇ ਆਏ, ਮੇਰੇ ਲਈ ਦੁੱਖ ਝੱਲਿਆ, ਮੇਰੇ ਲਈ ਸਲੀਬ ਤੇ ਚੜੇ, ਮੇਰੇ ਲਈ ਮਰ ਕੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉਠੇ। ਅੰਗੀਕਾਰ ਕਰਵਾਇਆ ਜਾਂਦਾ ਹੈ, ਕਿਉਂਕਿ ਇਹ ਵਚਨ ਜਿਹੜਾ ਹੈ ਉਸ ਸਮੇਂ ਪੂਰਾ ਹੁੰਦਾ ਹੈ। ਕਿਉਂਕਿ ਖੁਦਾ ਦਾ ਬੰਦਾ ਪੌਲੁਸ ਲਿਖ ਰਿਹਾ ਹੈ ਕਿ ਜੇ ਤੂੰ ਆਪਣੇ ਮੂੰਹ ਤੋਂ ਇਹ ਮੰਨ ਲੈ ਕਿ ਪਰਮੇਸ਼ਰ ਨੇ ਯਿਸੂ ਮਸੀਹ ਨੂੰ ਮੁਰਦਿਆਂ ਚੋਂ ਜਿਵਾਲਿਆ ਹੈ, ਤੇ ਬਾਣੀ ਦਾ ਕੀ ਕਰੇ? ਇਕਰਾਰ ਕਰੇ, ਅੰਗੀਕਾਰ ਕਰੇ, ਤਾਂ ਤੂੰ ਕੀ ਕਰੇਗਾ? ਬਚਾਇਆ ਜਾਏਗਾ। ਜਦੋਂ ਅਸੀਂ ਆਪਣੇ ਮੂੰਹ ਤੋਂ, ਆਪਣੀ ਜੀਭ ਤੋਂ ਬੋਲਾਂਗੇ ਨਾ ਕਿ ਵਾਕਿਆ ਮੈਂ ਯਿਸੂ ਮਸੀਹ ਦੇ ਰਾਹੀਂ, ਯਿਸੂ ਮਸੀਹ ਦੇ ਬਲੀਦਾਨ ਦੇ ਰਾਹੀਂ ਬਚਾਇਆ ਗਿਆ, ਕਹਿੰਦਾ ਤੂੰ ਫਿਰ ਬਚਾਇਆ ਜਾਏਗਾ ਕਿ ਮੈਨੂੰ ਯਿਸੂ ਮਸੀਹ ਨੇ ਬਚਾਇਆ, ਉਹਨੇ ਮੇਰੇ ਲਈ ਆਪਣੀ ਜਾਨ ਜਿਹੜੀ ਆ ਬਲੀਦਾਨ ਦਿੱਤੀ ਆ। ਸਾਨੂੰ ਆਪਣੇ ਮੂੰਹ ਤੋਂ ਬੋਲਣਾ ਪਵੇਗਾ। ਹਾਂਜੀ, ਕਹਿੰਦਾ ਧਰਮ ਲਈ, ਪਰਮੇਸ਼ਰ ਦਾ ਬੰਦਾ ਪੌਲੁਸ ਕਹਿ ਰਿਹਾ ਹੈ, ਧਰਮ ਲਈ ਦਿਲ ਤੋਂ, ਹਿਰਦੇ ਤੋਂ ਕੀ ਕਰੀਦੀ ਆ? ਨੇਚਾ ਕਰੀਦੀ ਆ। ਮੁਕਤੀ ਪਾਉਣੀ ਆ ਤੇ ਫਿਰ ਮੂੰਹ ਨਾਲ ਕੀ ਕਰਨਾ ਵਾ? ਇਕਰਾਰ ਕਰਨਾ ਵਾ ਵੀ ਪ੍ਰਭੂ, ਮੈਂ ਜੋ ਬੀਤੇ ਸਮੇਂ 'ਚ ਪਾਪ ਕੀਤੇ ਆ, ਗੁਨਾਹ ਕੀਤੇ ਆ, ਅੱਜ ਮੈਂ ਉਹਨਾਂ ਲਈ ਕੀ ਕਰਦਾ ਵਾਂ? ਮਾਫੀ ਮੰਗਦਾ ਹਾਂ। ਬੁਲੰਦ ਆਵਾਜ਼ ਸੇ ਬੋਲੇ ਹਾਲੇਲੂਇਆ, ਬੁਲੰਦ ਆਵਾਜ਼ ਸੇ ਬੋਲੇ ਹਾਲੇਲੂਇਆ। ਸਾਨੂੰ ਇਕਰਾਰ ਕਰਨਾ ਪਵੇਗਾ। ਹਾਂਜੀ, ਅੱਗੇ ਪੜ੍ਹੀਏ। ਧਰਮ ਪੁਸਤਕ ਇਉਂ ਕਹਿੰਦਾ ਹੈ, ਯੈਸ, ਜਦੋਂ ਅਸੀਂ
ਪਰਮੇਸ਼ਰ ਦੇ ਵਚਨ ਨੂੰ ਅੰਗੀਕਾਰ ਕਰਾਂਗੇ, ਪਰਮੇਸ਼ਰ ਦੇ ਵਚਨ ਨੂੰ ਬੋਲ ਕੇ ਇਸਤੇਮਾਲ ਕਰਾਂਗੇ ਤੇ ਪ੍ਰਿਯੋ ਕਹਿੰਦਾ ਹੈ ਤੂੰ ਆਧਾਰ ਪਾਵੇਂਗਾ, ਤੂੰ ਬਚਾਇਆ ਜਾਵੇਂਗਾ। ਕਿਉਂਕਿ ਹਿਰਦੇ ਲਈ ਵਿਸ਼ਵਾਸ ਕੀਤਾ ਜਾਂਦਾ ਆ ਤੇ ਮੁਕਤੀ ਲਈ ਅੰਗੀਕਾਰ ਕੀਤਾ ਜਾਂਦਾ ਆ। ਮੁਕਤੀ ਵਾਸਤੇ, ਮੁਕਤ ਮਤਲਬ ਮੁਕਤੀ, ਛੁਟਕਾਰਾ ਪਾਉਣ ਲਈ, ਉਦਾਰ ਪਾਉਣ ਦੇ ਲਈ ਸਾਨੂੰ ਆਪਣੇ ਮੂੰਹ ਤੋਂ ਬੋਲਣਾ ਪਵੇਗਾ। ਕੀ ਕਰਨਾ ਪਵੇਗਾ? ਸੁਣਨਾ ਬੜੇ ਧਿਆਨ ਦੇ ਨਾਲ। ਮੈਂ ਬੀਤੇ ਸਮੇਂ ਦੇ ਵਿੱਚ ਇਸ ਗੱਲ ਨੂੰ ਬਹੁਤ ਵਾਰੀ ਬੋਲਿਆ ਹੈ। ਅੰਨਾ ਸੜਕ ਦੇ ਕਿਨਾਰੇ, ਜਦੋਂ ਯੀਸ਼ੂ ਮਸੀਹ ਉੱਥੋਂ ਦੀ ਲੰਘ ਰਹੇ ਸੀ, ਅੰਨਾ ਸੜਕ ਦੇ ਕਿਨਾਰੇ ਬੈਠਾ ਸੀਗਾ। ਯੀਸ਼ੂ ਮਸੀਹ ਉੱਥੋਂ ਦੀ ਲੰਘ ਰਹੇ ਤੇ ਅੰਨਾ ਪੁਕਾਰ ਰਿਹਾ, ਹੇ ਦਾਊਦ ਦੀ ਸੰਤਾਨ ਮੇਰੇ ਉੱਤੇ ਕੀ ਕਰ, ਹੇ ਦਾਊਦ ਦੀ ਸੰਤਾਨ ਯੀਸ਼ੂ ਨਾਸਰੀ ਮੇਰੇ ਤੇ ਕੀ ਕਰ। ਯੀਸ਼ੂ ਮਸੀਹ ਗਾਂ ਲੰਘ ਗਏ ਉਹਦੇ ਲਾਗੋਂ, ਉਹ ਫੇਰ ਵੀ ਬੋਲੀ ਜਾਣ ਡਿਆ ਆ, ਹੇ ਦਾਊਦ ਦੀ ਸੰਤਾਨ ਯੀਸ਼ੂ ਨਾਸਰੀ। ਉਹਨੇ ਲੱਗਾ ਵੀ ਭੀੜ ਗਾਂ ਨਾ ਗਈ, ਹੋਰ ਉੱਚੀ ਰੌਲਾ ਪਾਉਣ ਲੱਗ ਗਿਆ ਤੇ ਲੋਕ ਉਹਨੂੰ ਕਹਿੰਦੇ ਚੁੱਪ ਕਰ, ਰੌਲੀ ਨਾ ਪਾ। ਹਟ ਗਿਆ ਉਹ। ਪਰ ਕਿਸੇ ਵੇਲੇ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਆ ਕੇ ਵੀ ਆਪਣੇ ਮੂੰਹ ਨੂੰ ਖੋਲਦੇ, ਫਿਰ ਅਸੀਂ ਕਹਿੰਦੇ ਛੁਟਕਾਰਾ ਨਹੀਂ ਮਿਲਿਆ। ਕਿਸੇ ਵੇਲੇ ਅਸੀਂ ਆਰਾਧਨਾ ਨਹੀਂ ਕਰਦੇ, ਭਜਨ ਹੀ ਨਹੀਂ ਬੋਲਦੇ, ਤਾਲੀ ਵੀ ਨਹੀਂ ਵਜਾਉਂਦੇ, ਮਤਲਬ ਕੁਛ ਵੀ ਨਹੀਂ ਕਰਦੇ, ਆ ਕੇ ਕੋਈ ਐਕਟੀਵਿਟੀ ਨਹੀਂ ਕਰਦੇ, ਆਪਣੀ ਜੀਭ ਦਾ ਇਸਤੇਮਾਲ ਨਹੀਂ ਕਰਦੇ ਵੀ ਅਸੀਂ ਪ੍ਰਭੂ ਦੀ ਆਰਾਧਨਾ ਕਰੀਏ। ਪਰ ਉਹ ਅੰਨਾ ਹੋਰ ਰੌਲੀ ਪਾਉਣ ਲੱਗਾ, ਹੋਰ ਉੱਚੀ। ਲੋਕ ਉਹਨੂੰ, ਬਾਈਬਲ 'ਚ ਲਿਖਿਆ, ਲੋਕ ਉਹਨੂੰ ਚੁੱਪ ਕਰਾਉਂਦੇ ਸੀ ਤੇ ਹੋਰ ਉੱਚੀ ਦੇ ਰੌਲਾ ਪਾਉਣ ਲੱਗਾ। ਲੋਕੀ ਕਹਿੰਦੇ ਚੁੱਪ ਕਰ। ਔਰ ਯੀਸ਼ੂ ਮਸੀਹ ਜਦੋਂ ਰੌਲੀ ਪਾ ਰਿਹਾ ਆ, ਉੱਚੀ ਬੋਲ ਰਿਹਾ, ਤੇ ਯੀਸ਼ੂ ਮਸੀਹ ਆਪਣੀ ਜਗ੍ਹਾ ਤੇ ਕੀ ਹੋ ਗਏ? ਰੁਕ ਗਏ। ਯੀਸ਼ੂ ਮਸੀਹ ਆਪਣੀ ਜਗ੍ਹਾ ਤੇ ਰੁਕ ਗਏ। ਯੀਸ਼ੂ ਮਸੀਹ ਨੇ ਕਿਹਾ ਉਹਨੂੰ ਮੇਰੇ ਕੋਲ ਲੈ ਕੇ ਆਓ। ਜੀਭ ਦਾ ਇਸਤੇਮਾਲ ਜੇ ਉਹ ਨਾ ਕਰਦਾ, ਜੇ ਉਸ ਦਿਨ ਰੋਲੀ ਨਾ ਪਾਉਂਦਾ, ਜੇ ਉਹ ਲੋਕਾਂ ਦੇ ਡਰ ਦੇ ਮਾਰੇ ਚੁੱਪ ਹੋ ਜਾਂਦਾ, ਤੇ ਮੈਂ ਕਹਿੰਦਾ ਕਦੀ ਵੀ ਉਹ ਚੰਗਿਆਈ ਨਹੀਂ ਪਾ ਸਕਦਾ। ਆਪਣੀ ਜੀਭ ਦਾ ਸਹੀ ਇਸਤੇਮਾਲ ਕਰੀਏ, ਆਪਣੇ ਬੱਚਿਆਂ ਲਈ, ਆਪਣੇ ਜੀਵਨ ਦੇ ਲਈ, ਆਪਣੇ ਜੀਵਨ ਦੇ ਲਈ ਵੀ। ਪ੍ਰਭੂ ਨੇ ਆਪਣੇ ਲਹੂ ਦੇ ਦੁਆਰਾ ਮੈਨੂੰ ਕੀ ਕਰ ਲਿਆ? ਪਾਪਾਂ ਤੋਂ ਆਜ਼ਾਦ ਕਰਤਾ, ਮੈਨੂੰ ਬਚਾ ਲਿਆ, ਆਪਣੇ ਲਹੂ ਦੇ ਦੁਆਰਾ ਧੋ ਕੇ ਸ਼ੁੱਧ ਕਰਤਾ ਹੈ। ਬਹੁਤ ਵਾਰੀ ਅਸੀਂ ਆਪਣੀ ਜੀਭ ਦਾ ਸਹੀ ਇਸਤੇਮਾਲ ਕਰਦੇ ਨਹੀਂ ਆ। ਉਤਪਤੀ ਦੇ ਵਿੱਚ ਅਸੀਂ ਜਦੋਂ 12 ਅਧਿਆਏ 3 ਵਚਨ ਨੂੰ ਪੜਿਆ, ਉੱਥੇ ਲਿਖਿਆ ਪਰਮੇਸ਼ਰ ਅਬਰਾਹਮ ਨੂੰ ਕਹਿੰਦੇ ਜੋ ਤੈਨੂੰ ਬਰਕਤ ਦੇਵੇਗਾ ਉਹਨੂੰ ਮੈਂ ਬਰਕਤ ਦੇਵਾਂਗਾ। ਮਤਲਬ ਪਰਮੇਸ਼ਰ ਨੇ ਬਰਕਤ ਸਾਡੇ ਮੂੰਹ ਦੇ ਵਿੱਚ ਪਾਈ ਹੈ, ਉਹਨੂੰ ਅਸੀਂ ਰਿਲੀਜ਼ ਕਰਨਾ ਹੈ। ਉਹਨੂੰ ਕੀ ਕਰਨਾ ਹੈ? ਰਿਲੀਜ਼ ਕਰਨਾ, ਉਹਨੂੰ ਬੋਲਣਾ ਹੈ। ਆਸ਼ੀਸ਼ ਨੂੰ ਬੋਲਣਾ ਹੈ, ਆਸ਼ੀਸ਼ ਦੇ ਵਚਨਾਂ ਨੂੰ ਬੋਲਣਾ ਹੈ। ਪ੍ਰਭੂ ਤੁਸੀਂ ਮੈਨੂੰ ਬਰਕਤ ਦੇ ਲਈ ਬਣਾਇਆ, ਅੱਜ ਦਾ ਦਿਨ ਮੇਰੇ ਲਈ ਬਰਕਤ ਦਾ ਦਿਨ ਹੈ। ਆਪਣੇ ਸਾਥੀਆਂ ਨੂੰ ਜਦੋਂ ਮਿਲੋ, ਅੱਜ ਦਾ ਦਿਨ ਤੁਹਾਡੇ ਲਈ ਬਰਕਤ ਦਾ ਦਿਨ ਹੈ। ਪ੍ਰਭੂ ਤੁਹਾਨੂੰ ਅੱਜ ਬਰਕਤ ਦੇਣ ਜਾ ਰਿਹਾ, ਤੁਹਾਨੂੰ ਬਰਕਤ ਦੇਣ ਜਾ ਰਿਹਾ। ਪ੍ਰਭੂ ਤੁਹਾਡੇ ਪਰਿਵਾਰ ਨੂੰ ਬਰਕਤ ਦੇਣ ਜਾ ਰਿਹਾ, ਤੁਹਾਡੇ ਬੱਚਿਆਂ ਨੂੰ ਖੁਦਾ ਕੀ ਦੇਣ ਜਾ ਰਿਹਾ? ਬਰਕਤ ਦੇਣ ਜਾ ਰਿਹਾ। ਕਿਉਂਕਿ ਉਹਨੇ ਸਾਨੂੰ ਬਣਾਇਆ ਹੀ ਕਾਹਦੇ ਵਾਸਤੇ ਆ? ਬਰਕਤ ਵਾਸਤੇ। ਹਾਲੇਲੂਇਆ। ਫਿਰ ਜਦੋਂ ਅਸੀਂ ਉਤਪਤੀ ਨੂੰ ਪੜ੍ਹਦੇ ਹਾਂ ਤੇ ਉਹਦੇ 49 ਅਧਿਆਏ ਪੜ੍ਹਨਾ ਨਹੀਂ ਹੈ, ਸੁਣ ਲਓ, ਲਿਖ ਲਓ, ਨੋਟ ਕਰ ਲਓ। ਮੈਂ ਜਿਵੇਂ ਬੋਲਿਆ, ਸਾਡੇ ਕੰਮ ਵੀ ਬੋਲਣੇ ਚਾਹੀਦੇ ਆ, ਕਿਉਂਕਿ ਸਾਡੇ ਕੰਮਾਂ ਦੇ ਅਨੁਸਾਰ ਵੀ ਬਰਕਤ ਮਿਲਦੀ ਹੈ ਸਾਨੂੰ। ਸਾਡੇ ਕੰਮਾਂ ਦੇ ਅਨੁਸਾਰ ਕੀ ਮਿਲਦੀ ਹੈ ਸਾਨੂੰ? ਜਦੋਂ ਅਸੀਂ ਉਤਪਤੀ ਦੀ ਕਿਤਾਬ ਪੜ੍ਹਦੇ ਹਾਂ, ਉਹਦਾ 49 ਅਧਿਆਏ 49 49 ਹੀ ਆ ਜੀ? ਹਾਂਜੀ। ਯੈਸ, 49 ਚੈਪਟਰ 49 ਅਧਿਆਏ ਜਦੋਂ ਅਸੀਂ ਪੜ੍ਹਦੇ ਹਾਂ, ਉਹਦੇ 29 ਵਚਨ ਦੇ ਵਿੱਚ ਲਿਖਿਆ ਆ ਕਿ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਜਦੋਂ ਬਰਕਤ ਦਿੱਤੀ, ਕਿੰਨੇ ਜੀ? ਭਾਈ ਜੀ ਕਿੰਨੇ ਬਰਕਤ ਦਿੱਤੀ? ਯਾਕੂਬ ਨੇ ਜਦੋਂ ਆਪਣੇ ਬੱਚਿਆਂ ਨੂੰ ਬਰਕਤ ਦਿੱਤੀ, ਉੱਥੇ ਲਿਖਿਆ, ਹਿੰਦੀ 'ਚ ਲਿਖਿਆ ਆ, ਉਹਨਾਂ ਦੀ ਯੋਗਤਾ ਦੇ ਅਨੁਸਾਰ। ਉਹਨਾਂ ਦੀ ਯੋਗਤਾ ਵੇਖ ਕੇ ਪਰਮੇਸ਼ਰ ਯਾਕੂਬ ਨੇ ਜਿਹੜੀ ਉਹਨਾਂ ਨੂੰ ਕੀ ਦਿੱਤੀ? ਬਰਕਤ ਦਿੱਤੀ। ਹਿੰਦੀ ਵਰਜਨ ਦੇ ਵਿੱਚ ਲਿਖਿਆ, ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਪੜ੍ਹ ਕੇ ਦੱਸ ਸਕਦਾ। 49 ਚੈਪਟਰ ਉਤਪਤੀ ਦੀ ਕਿਤਾਬ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਸ ਜਗ੍ਹਾ ਤੇ ਖੁਦਾ ਦਾ ਵਚਨ, ਖੁਦਾ ਦਾ ਕਲਾਮ ਮੈਨੂੰ ਔਰ ਤੁਹਾਨੂੰ ਸਿਖਾਉਂਦਾ ਹੈ। ਉਹਦੇ 28 ਅਧਿਆਏ ਉਹਦੇ 49 ਦੇ 28 वचन ਦੇ ਵਿੱਚ ਲਿਖਿਆ ਹੈ, इसराइल के बाहरों गोत्र ये ही हैं और उनके पिता ने जिस जिस वचन से उनको आशीर्वाद दिया वे ये ही हैं। ऊपर जो तुसी पढ़ोगे तो आशीर्वाद मिल चुके हैं। आशीर्वाद दिया वे ये ही हैं, एक एक को उसके योग्य आशीर्वाद के अनुसार ਉਸਨੇ ਆਸ਼ੀਰਵਾਦ ਦਿਆ। ਉਹਨਾਂ ਦੇ ਕੰਮ ਵੇਖੇ ਵੀ ਇਹਨਾਂ ਦੇ ਕੰਮ ਕਿੱਦਾਂ ਦੇ, ਹਰਕਤਾਂ ਕਿੱਦਾਂ ਦੀਆਂ, ਹਨਾ। ਪੰਜਾਬੀ 'ਚ ਕਿਸੇ ਵੇਲੇ ਕਹਿ ਦਿੰਦੇ ਨੇ ਜਿੱਦਾਂ ਦੀਆਂ ਹਰਕਤਾਂ
ਉਦਾਂ ਦੀਆਂ ਬਰਕਤਾਂ, ਜਿੱਦਾਂ ਦੀਆਂ ਹਰਕਤਾਂ ਉਦਾਂ ਦੀਆਂ ਬਰਕਤਾਂ। ਸਾਡੇ ਕੰਮ ਵੀ ਸਾਡੀ ਆਸ਼ੀਸ਼ ਨੂੰ ਰਿਲੀਜ਼ ਕਰਦੇ ਆ। ਸਾਡਾ ਚਾਲ ਚੱਲਣ ਸਾਡੀ ਬਰਕਤ ਨੂੰ ਰਿਲੀਜ਼ ਕਰਦਾ ਹੈ ਸਾਡੇ ਜੀਵਨ ਦੇ ਵਿੱਚ। ਜਦੋਂ ਖੁਦਾ ਦੇ ਸਾਹਮਣੇ ਅੱਛਾ ਚਾਲ ਚੱਲਣ ਹੀ ਚੱਲਾਂਗੇ। ਬਾਈਬਲ ਦੇ ਵਿੱਚ ਬਹੁਤ ਸਾਰੇ ਵਚਨ ਚਾਲ ਚੱਲਣ ਦੇ ਉੱਤੇ ਅਸੀਂ ਬੀਤੇ ਸਮੇਂ ਦੇ ਵਿੱਚ ਚੱਲਣ ਦੇ ਬਾਰੇ ਸਿੱਖ ਚੁੱਕੇ ਹਾਂ, ਹਨਾ, ਕਿ ਚੱਲਣੇ ਵੀ ਹੈਗੇ। ਅਸੀਂ ਖੁਦਾ ਦੇ ਕਲਾਮ ਨੂੰ ਸੁਣਦੇ ਤੇ ਹੈਗੇ ਆ। ਅੱਜ ਅਸੀਂ ਚੰਗਾ ਬੋਲਣ ਦੇ ਬਾਰੇ ਸੁਣਿਆ ਆ। ਜੇਕਰ ਅਸੀਂ ਚੰਗਾ ਬੋਲਾਂਗੇ ਨਹੀਂ, ਇਹਦਾ ਮਤਲਬ ਅਸੀਂ ਸਿਰਫ ਸੁਣਿਆ ਆ, ਕਲਾਮ ਦੇ ਅਨੁਸਾਰ ਚੱਲਣ ਵਾਲੇ ਬਣੇ ਨਹੀਂ ਆ। ਇਸ ਕਲਾਮ ਦੇ ਅਨੁਸਾਰ ਚੱਲਣ ਵਾਲੇ ਬਣਨਾ ਆ। ਚਾਲ ਚੱਲਣ, ਹਨਾ, ਸਾਨੂੰ ਆਪਣੀ ਚਾਲ ਢਾਲ ਤੇ ਧਿਆਨ ਦੇਣ ਦੇ ਬਾਰੇ ਬਾਈਬਲ ਨੇ ਕਿਹਾ ਆ। ਚਾਲ ਢਾਲ ਦੇ ਉੱਤੇ ਧਿਆਨ ਦੇਣ ਦੇ ਬਾਰੇ ਕਿਹਾ ਆ। ਅਸੀਂ ਕਿੱਦਾਂ ਦਾ ਬੋਲਦੇ ਆ। ਇੱਥੇ ਉਹਨਾਂ ਦੀ ਯੋਗਤਾ ਵੇਖੀ, ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਆ, ਹਨਾ। ਆਉਂਦੀਆਂ ਨਾ ਨੌਕਰੀ ਦੀਆਂ, 8ਵੀਂ ਪਾਸ ਵਾਲਿਆਂ ਦੀ ਨੌਕਰੀ ਆ ਗਈ, 5ਵੀਂ ਪਾਸ ਵਾਲਿਆਂ ਦੀ, 5ਵੀਂ 8ਵੀਂ, ਫਿਰ 10ਵੀਂ, ਫਿਰ +2 ਪਾਸ, ਫਿਰ ਗ੍ਰੈਜੂਏਸ਼ਨ ਵਾਲੇ, ਤੇ ਅਗਲੇ ਪਾਸੇ ਹੀ ਤਨਖਾਹ ਵੀ ਲਿਖੀ ਹੁੰਦੀ ਆ, ਨੌਕਰੀ ਵੀ ਲਿਖੀ ਹੁੰਦੀ ਆ, ਅਗਲੇ ਪਾਸੇ ਤਨਖਾਹ ਵੀ ਲਿਖੀ ਹੁੰਦੀ ਆ ਵੀ ਚਪੜਾਸੀ ਦੀ ਇੰਨੀ, ਝਾੜੂ ਲਾਉਣ ਵਾਲੇ ਦੀ ਇੰਨੀ। ਇਦਾਂ ਹੀ ਆ ਕਿ ਨਹੀਂ? ਉਹਨਾਂ ਦੀ ਯੋਗਤਾ, ਹੁਣ 10ਵੀਂ ਪਾਸ ਵਾਲੇ ਨੂੰ 50,000 ਤਨਖਾਹ ਥੋੜੀ ਮਿਲੇਗੀ। ਸਮਝ ਰਹੇ ਹੋ ਕਿ ਨਹੀਂ ਮੇਰੀ ਗੱਲ? ਤੇ ਜਾਂ ਫਿਰ ਗ੍ਰੈਜੂਏਸ਼ਨ ਜਿਹੜਾ BA ਪੜਿਆ ਹੈ ਉਹਨੂੰ 10,000 ਮਿਲੇ, ਕਿੱਦਾਂ ਦਾ ਲੱਗੇਗਾ ਤੁਹਾਨੂੰ? ਸਹੀ ਲੱਗੇਗਾ? ਬਿਲਕੁਲ ਨਹੀਂ, ਸਿਸਟਮ ਦੇ ਵਿੱਚ ਨਹੀਂ ਆਏਗਾ ਨਾ, ਕਿਉਂਕਿ ਉਹਨੇ ਜ਼ਿਆਦਾ ਪੜ੍ਹਾਈ ਕੀਤੀ, ਜ਼ਿਆਦਾ ਪੈਸੇ ਖਰਚ ਕੀਤੇ, ਜ਼ਿਆਦਾ ਟਾਈਮ ਉਹਨੇ ਪੜ੍ਹਾਈ ਦੇ ਵਿੱਚ ਗੁਜ਼ਾਰਿਆ, ਉਹਨੂੰ ਅੱਛੀ ਸੈਲਰੀ ਮਿਲੇਗੀ। ਯੋਗਤਾ, ਆਸ਼ੀਸ਼ ਲੈਣ ਦੇ ਯੋਗ ਬਣਨਾ ਪੈਂਦਾ ਆ। ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਕੰਮ ਵੀ ਸਾਡੇ ਹੋਣੇ ਚਾਹੀਦੇ ਆ, ਸਾਡੇ ਸ਼ਬਦ ਵੀ, ਸਾਡੇ ਕੰਮ ਵੀ ਉਦਾਂ ਦੇ ਹੋਣੇ ਚਾਹੀਦੇ ਆ। ਫਿਰ ਅਸੀਂ ਕਹਾਵਤਾਂ ਦੇ ਵਿੱਚੋਂ ਵਚਨ ਵੇਖਿਆ 18:21 ਦੇ ਵਿੱਚ, ਮੌਤ ਤੇ ਜੀਵਨ, ਕਹਿੰਦਾ ਪਰਮੇਸ਼ਰ ਦਾ ਬੰਦਾ ਸੁਲੇਮਾਨ ਕਹਿ ਰਿਹਾ, ਮੌਤ ਤੇ ਜੀਵਨ ਜੀਵ ਦੇ ਵੱਸ ਦੇ ਵਿੱਚ ਆ। ਜਿਹੜਾ ਇਹਨਾਂ ਨੂੰ ਕੰਮ ਦੇ ਵਿੱਚ ਲਿਆਉਣਾ ਜਾਣ ਜਾਏਗਾ, ਉਹ ਇਹਨਾਂ ਦਾ ਫਲ ਕੀ ਕਰੇਗਾ? ਪਾਵੇਗਾ। ਫਿਰ ਯਕੂਬ 3:1 ਦੇ ਵਿੱਚ, ਅਸੀਂ 3:1 ਤੋਂ ਜਦੋਂ ਅਸੀਂ ਪੜ੍ਹਿਆ ਹੈ ਤੇ ਵਚਨ ਦੇ ਵਿੱਚ ਅਸੀਂ ਪੜ੍ਹਿਆ ਹੈ ਕਿ ਜਿਹੜਾ ਵਿਅਕਤੀ ਬੋਲਣ ਦੇ ਵਿੱਚ ਕੀ ਆ? ਭੁੱਲਣਹਾਰ ਨਹੀਂ ਆ, ਭੁੱਲਦਾ ਨਹੀਂ ਆ, ਹਿੰਦੀ ਚ ਲਿਖਿਆ ਚੂਕਤਾ ਨਹੀਂ ਹੈ। ਸਮਝ ਰਹੇ ਹੋ ਕਿ ਨਹੀਂ? ਸਮਝ ਰਹੇ ਇਸ ਗੱਲ ਨੂੰ? ਜਿਹੜਾ ਬੋਲਣ ਦੇ ਵਿੱਚ ਮਿਸਟੇਕ ਨਹੀਂ ਕਰਦਾ। ਪੜ੍ਹ ਦਈਏ ਕੀ ਲਿਖਿਆ ਫੇਰ ਇੱਕ ਵਾਰੀ। ਇਸ ਲਈ ਜੋ ਅਸੀਂ ਸਭੇ ਬਹੁਤ ਭੁੱਲਣਹਾਰ ਹਾਂ। ਅਸੀਂ ਸਾਰੇ ਭੁੱਲਣਹਾਰ ਆ। ਜੇ ਕੋਈ ਬਚਨ ਵਿੱਚ ਨਾ ਭੁੱਲੇ। ਯੈਸ, ਵਚਨ ਵਿੱਚ ਨਾ ਭੁੱਲੇ। ਜੋ ਵਚਨ ਅਸੀਂ ਬੋਲਦੇ ਆ ਬਿਲਕੁਲ ਪਰਫੈਕਟ, ਬਿਲਕੁਲ ਗਿਣੇ ਚੁਣੇ ਸ਼ਬਦ ਬੋਲਦੇ ਆ, ਤੇ ਉਹ ਵਿਅਕਤੀ ਕੀ ਆ? ਯੈਸ। ਇੱਕ ਔਰ ਮੈਂ ਕਹਿੰਦਾ ਟੌਪਿਕ, ਇੱਕ ਔਰ ਸਿੱਖਿਆ ਆ, ਜੇ ਅਸੀਂ ਸਿੱਧ ਬਣਨਾ ਚਾਹੁੰਦੇ ਆ ਤੇ ਆਪਣੀ ਜੀਭ ਨੂੰ ਵਸ ਵਿੱਚ ਕਰਨਾ ਸਿੱਖ ਜਾਈਏ, ਕਿਉਂਕਿ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਜਦੋਂ ਅਸੀਂ ਚੱਲਾਂਗੇ ਤੇ ਪ੍ਰਿਯੋ, ਸਾਡੀ ਜੀਭ ਸਾਡੇ ਜੀਵਨ ਦੇ ਵਿੱਚ ਬਰਕਤ ਲੈ ਕੇ ਆਏਗੀ। ਕਈ ਵਾਰੀ ਅਸੀਂ ਆਪਣੇ ਘਰ ਦੇ ਵਿੱਚ ਇਹੋ ਜਿਹੇ ਸ਼ਬਦ ਬੋਲ ਦਿੰਦੇ ਆ, ਬੱਚਿਆਂ ਨੂੰ ਬੋਲ ਦਿੰਦੇ ਆ, ਮਾਂ-ਬਾਪ ਨੂੰ ਬੋਲ ਦਿੰਦੇ ਆ। ਮੈਂ ਸਮਝਦਾ ਬੱਚਿਆਂ ਦੇ ਲਈ ਲਿਖਿਆ ਵੀ ਹੇ ਬਾਲਕੋ ਆਪਣੇ ਮਾਪਿਆਂ ਦੇ ਕੀ ਰਵੋ, ਹੇ ਬਾਲਕੋ ਆਪਣੇ ਬੱਚਿਆਂ ਦੇ ਕੀ ਰਵੋ, ਅਧੀਨ ਰਵੋ, ਉਹਨਾਂ ਦੇ ਆਗਿਆਕਾਰ ਰਵੋ। ਤੇ ਜੇ ਬੱਚਿਆਂ ਦੇ ਲਈ ਇਹ ਗੱਲ ਲਿਖੀ ਆ ਤੇ ਮਾਂ-ਬਾਪ ਦੇ ਲਈ ਵੀ ਗੱਲ ਇਹ ਲਿਖੀ ਆ ਵੀ ਹੇ ਪਿਤਾਓ ਤੁਸੀਂ ਵੀ ਆਪਣੇ ਬਾਲਕਾਂ ਦਾ ਕਰੋਧ ਕੀ ਕਰੋ। ਸਾਰਾ ਕਸੂਰ ਬਾਲਕਾਂ ਦਾ ਹੀ ਨਹੀਂ ਹੁੰਦਾ ਕਿਸੇ ਵੇਲੇ, ਵੀ ਸਾਰਾ ਕਸੂਰ ਬਾਲਕਾਂ ਦਾ ਹੀ ਆ, ਕਿਸੇ ਵੇਲੇ ਮਾਂ-ਬਾਪ ਦਾ ਵੀ ਕਸੂਰ ਹੁੰਦਾ ਜੀ, ਕਿਉਂਕਿ ਬਾਈਬਲ ਕਹਿਣ ਦੀ ਆ ਹੁਣ, ਕਿਉਂਕਿ ਬਾਈਬਲ ਤੇ ਸਾਰਿਆਂ ਨੂੰ ਬਰਾਬਰ ਹੀ ਸਿਖਾਉਂਦੀ ਆ ਨਾ। ਕਿਸੇ ਵੇਲੇ ਅਸੀਂ ਇਹੋ ਜਿਹੇ ਸ਼ਬਦ ਬੋਲ ਦਿੰਨੇ ਆ ਜਿਹੜੇ ਸਾਡੇ ਹਿਰਦੇ ਨੂੰ ਠੇਸ ਪਹੁੰਚਾਉਂਦੇ ਆ, ਸਾਡੇ ਹਿਰਦੇ ਨੂੰ ਕੀ ਕਰਦੇ ਆ? ਠੇਸ ਪਹੁੰਚਾਉਂਦੇ ਆ। ਯਾਦ ਰੱਖੀਏ ਯਸ਼ਾਇਆ 57:19 ਚ ਪਰਮੇਸ਼ਰ ਨੇ ਸਾਫ਼ ਕਹਿ ਦਿੱਤਾ ਆ ਕਿ ਮੈਂ ਬੁੱਲਾਂ ਦੇ ਫਲ ਨੂੰ, ਜੋ ਤੁਸੀਂ ਬੋਲਦੇ ਹੋ, ਮੈਂ ਉਸ ਫਲ ਨੂੰ, ਉਹੋ ਹੀ ਫਲ ਤੁਹਾਡੇ ਲਈ ਕੀ ਕਰ ਦਿੰਦਾ ਵਾ? ਉਤਪੰਨ ਕਰ ਦਿੰਦਾ ਵਾ। ਫਿਰ ਰੋਮੀਆਂ ਦੇ ਵਿੱਚ ਵੀ ਲਿਖਿਆ ਆ, ਛੁਟਕਾਰਾ ਪਾਉਣ ਦੇ ਲਈ ਜੀਭ ਤੋਂ ਕੀ ਕਰਨਾ ਪੈਂਦਾ ਵਾ? ਅੰਗੀਕਾਰ ਕਰਨਾ ਪੈਂਦਾ ਵਾ। ਛੁਟਕਾਰਾ ਪਾਉਣ ਦੇ ਲਈ ਜੀਭ ਤੋਂ ਕੀ ਕਰਨਾ ਪੈਂਦਾ? ਜਿਹਨੂੰ ਪੰਜਾਬੀ ਚ ਵੀ ਮੁਕਤੀ ਲਿਖਿਆ ਗਿਆ ਆ। ਛੁਟਕਾਰਾ ਪਾਉਣਾ ਵਾ ਤੇ ਜ਼ਰੂਰ ਇਸ ਵਚਨ ਨੂੰ ਬੋਲਦੇ ਰਹੋ, ਪ੍ਰਭੂ ਤੇਰੇ ਕੋੜੇ ਖਾਣ ਦੁਆਰਾ ਮੈਂ ਚੰਗਾ ਹੋ ਚੁੱਕਾ, ਤੇਰੇ ਮਾਰ ਖਾਣ ਦੇ ਦੁਆਰਾ ਮੈਂ ਕੀ ਹੋ ਚੁੱਕਾ ਆ? ਨਰੋਇਆ ਹੋ ਚੁੱਕਾ ਆ। ਪ੍ਰਭੂ ਤੇਰੇ ਕੋੜੇ ਖਾਣ ਦੇ ਦੁਆਰਾ ਮੈਂ ਕੀ ਆ? ਸ਼ਿਫਾ ਪਾ ਲਈ ਆ। ਹਾਲੇਲੂਇਆ।
10 वचन च लिखा, क्योंकि धार्मिकता के लिए मन से विश्वास किया जाता है और उदार के लिए उदार मुक्ति छुटकारा, उदार के लिए मुंह से अंगीकार किया जाता है। यीशु मसीह तू मेरे लिए सलीब ते चढ़ के मेरे पापां नूं, मेरे बोझां नूं, मेरे फिकरां नूं तू की कीता, सलीब ते चुक लिया। आई एम फ्री इन द नेम ऑफ जीसस। मैं आजाद हाँ यीशु मसीह दे नाम च। मैं पापां तो आजाद हाँ, मैं बीमारियां तो आजाद हाँ, क्योंकि उन्हें मेरे लिए कोड़े खा लए आ। शैतान तुहानूं कहेगा तू ते बीमार आ, तुहाडे मन च पाएगा तू ते बीमार है, बीमारी तेरे उत्थे ही आ। पर असी इहो ही अंगीकार करना, वचन दे नाल मारना है। क्योंकि मैं दसना चाहांगा, जल्दी दे नाल पढ़ना नहीं है, सुनी जाने, नोट कर सकते तुसीं। हिजकिया ने ऐसे शब्द बोले परमेश्वर दे सामने। हिजकिया बादशाह ने पता की किया परमेश्वर नूं, उन्हें अपनी दुआ नाल खुश कीता परमेश्वर नूं। कहंदा प्रभु, जदों हिजकिया बादशाह नूं यशाया नबी दे द्वारा मैसेज आया भी हुण तू मरन वाला है, अपनी जिम्मेवारी की कर, अपने परिवार दे उत्ते पा दे। ते उन्हें की किया, कहंदा प्रभु जो तेरी निगाह दे विच चंगा ही वो मैं करदा, ਉਹੀ मैं कीता वा, जो तेरी निगाह दे विच तेरी नज़र च चंगा हीगा ਉਹ मैं कीता, ते जिद्दां तू चाहुंदा हैगा प्रभु मैं उदां ही चलदा आ। इन्ना कह के ते ਉਹ प्रार्थना करके भूबा मार के रो पिया। बस इन्ने क शब्द बोले। मैं कहना ਉਹਨੇ अपनी प्रार्थना दे शब्दां नाल परमेश्वर ਨੂੰ की कीता, खुश कीता। कि असीं ਇਹ प्रार्थना करके अपने परमेश्वर ਨੂੰ खुश कर सकदे हां? प्रभु तू जिद्दां जो तेनू पसंद हीगा मैं ਉਹ कीता अपने जीवन च, ਅਸੀਂ ਕਹਿ ਸਕਦੇ ਹਾਂ? जो तेनू प्रभु पसंद ही मेरे जीवन च मैं ਉਹੀ ਕੀਤਾ ਆ, ਤੇ ਜਿੱਦਾਂ ਤੂੰ ਚਾਹੁੰਦਾ ਆ ਮੈਂ ਉਦਾਂ ਹੀ ਚੱਲਦਾ ਆ, ਮੈਂ ਆਪਣੀ ਮਰਜ਼ੀ ਨਹੀਂ ਕੀਤੀ। ਅਸੀਂ ਕਹਿ ਸਕਦੇ ਹਾਂ? प्रियो सानू अपने जीवन ਨੂੰ चेक करना है। हालेलुया हालेलुया। ਇਹ ਹੈ ਪ੍ਰਭਾਵਿਤ ਕਰਨਾ ਆਪਣੇ ਸ਼ਬਦਾਂ ਦੇ ਨਾਲ परमेश्वर ਨੂੰ, परमेश्वर ਦਾ ਧਿਆਨ ਆਪਣੇ ਵੱਲ ਖਿੱਚ ਲੈਣਾ। देखो कैसी प्रार्थना, कैसे शब्द उन्हें इस्तेमाल किए। समझ आ रही मेरी गल? उन्हें अच्छे शब्द, अच्छी प्रार्थना, ऐसी प्रभावशाली प्रार्थना उन्हें की। फिर सुलेमान नूं जदों सुलेमान ने हैकल बनाई, अपनी बाइबल नूं तुसीं बंद कर सकते हो, सिर्फ सुनना है, सिर्फ सुनना है। सुलेमान नूं जदों परमेश्वर ने आख्या, सुपने दे राही उहदे नाल गल कीती, बोल सुलेमान तैनूं की चाहिदा, जदों उहने हैकल बनाई और हैकल दे उत्ते उन्हें बलियां भेंट बहुत सारा मतलब परमेश्वर नूं खुश कीता बलियां चढ़ा के। ते परमेश्वर ने सुपने दे विच उहदे नाल गल कीती और कहा सुलेमान बोल तैनूं की चाहिदा है। और उन्हें भी शब्द ही बोले प्रार्थना च, क्या प्रभु इदों वध होर की मंगा, तू पहला ही मेरे पिता दी गद्दी दे उत्ते मैनूं की कीता वा, बिठा दिता वा। मेरे पिता दी गद्दी दे तू मैनूं की कीता, मेरे पिता दा राज मैनूं देता, दाऊद वाले राज ते मैनूं बिठाता आ। होर हुण मैं की मंगा? हाँ मैनूं की चाहिदा आ, ये राज नूं चलाउण दे लई बुद्ध ते समझ चाहिदी आ, बुद्ध ते समझ मैनूं चाहिदी आ। कोई उन्हें दुनियावी चीज नहीं मंगी। ते ये शब्द जो उन्हें अपनी जीव तो बोले, परमेश्वर इन्हां शब्दां नूं सुन के खुश होया। सुलेमान तू कोई होर चीज नहीं मंगी, तू बुद्ध ते समझ मंगी आ, धन ते पत ते आदर। ये चीजां जदों ध्यान नाल पढ़ना बाइबल नूं, प्रभु कहंदा तैनूं मैं बिना मंगे इन्नी ज्यादा देवांगा, बेशुमार, कोई हिसाब किताब नहीं होएगा, कोई हिसाब किताब नहीं होएगा। और ऐसा ही परमेश्वर ने उहदे जीवन दे विच कीता। हालेलुया। फिर मत्ती दी अंजील दे विच एक सूबेदार ने बड़े जबरदस्त शब्द बोले, सब बोले हालेलुया। सूबेदार ने अपनी जीव तो बड़े चंगे पावरफुल शब्द बोले, परमेश्वर नूं प्रभावित करने वाले। एक सूबेदार व्यक्ति लिखिया यीशु मसीह दे कोल आया और उहदा नौकर चोले दा मार है जिहड़ा घर दे विच पिया ही, यीशु मसीह नूं आके कहण लगा मेरा नौकर जिहड़ा चोले दा मार आ की आ घर पिया आ। ते यीशु मसीह नाल ही कहंदे मैं उहनूं आके चंगा करांगा, मैं उहनूं आके चंगा करांगा। सूबेदार ने अपने आप नूं इन्ना नीवा कीता, कहंदा प्रभु मैं दे योग नहीं आ कि तू मेरी छत दे थल्ले आवें, इत्थों ही कह दे, इत्थों ही प्रभु जी की करो। ये नहीं कहा भी तेल मलो सिर ते हाथ रखो। कई कलीसिया च लोग नाराज होंदे, पास्टर आया ही साडे ते सिर ते कदी हाथ रख के साडे लई ते कदी दवा ही नहीं कीती उहने, साडे ते कदी सिर ते हाथ नहीं रखिया उहने। कई ऐसे भी लोग सोच दे मालक होंदे जे, इहो जिहियां सोचां तो बाहर आ जाओ। उस सूबेदार ने किहो जिहे शब्द बोले, प्रभु इत्थों ही कह दो
क्योंकि मैं तो बड़ा निकम्मा इंसान आ, मैं ਇਹਦੇ ਯੋਗ ਵੀ ਨਹੀਂ ਆ ਕਿ ਤੂੰ ਮੇਰੇ ਘਰ ਥੱਲੇ ਆਵੇਂ, ਮੇਰੀ ਛੱਤ ਦੇ ਥੱਲੇ ਆਵੇਂ। ਇਹ ਸ਼ਬਦਾਂ ਨੂੰ ਸੁਣ ਕੇ, ਇਹ ਸ਼ਬਦ ਤੇ ਜਿਹੜੇ ਹੈ ਹੀ ਹੈ, ਇਹਦੇ ਵਿੱਚ ਵਿਸ਼ਵਾਸ ਵੀ ਉਹਨੇ ਆਪਣਾ ਦਿਖਾਇਆ ਹੈ। कैसे शब्द असी अपनी जीभ का इस्तेमाल किद्दां करदे, कैसे शब्द बोलते हाँ असी। खुदा नूं खुश करने वाले शब्द बोलते असी, अपने भैन भरावां नूं खुश करने वाले शब्द बोलते असी कि साड़ देण वाले शब्द बोलते असी, है ना। किस वेले कहंदे आय हाय हाय आ ते साड़ के सवाह ही करदा जी, ओए इहदा मूंह ही इदां दा है ना, कह दिंदे ने ਇਹ ਇਦਾਂ ਦੀ ਗੱਲ ਕੱਢਦਾ, ਸੜੀ ਜੀ ਗੱਲ ਕਰਦਾ ਹੀ ਅੱਛੀਆਂ ਗੱਲਾਂ ਬੋਲਣ ਵਾਲੇ ਬਣੀਏ, ਮਿਠਾਸ। ਇੱਕ ਹੋਰ ਸ਼ਬਦ ਬੋਲ ਕੇ ਫਿਰ ਪ੍ਰਾਰਥਨਾ ਦੀ ਵੱਲ ਜਾਵਾਂਗੇ। ਸਾਡੇ ਜੀਭ ਦੇ ਅੰਦਰ ਮਿਠਾਸ ਹੋਣੀ ਚਾਹੀਦੀ ਹੈ। ਬੋਲੋ ਆਪਣੇ ਪੜੋਸੀ ਨੂੰ, ਫਿਰ ਬੋਲੋ ਇੱਕ ਵਾਰੀ, ਸਾਡੀ ਜੀਭ ਦੇ ਅੰਦਰ ਮਿਠਾਸ ਹੋਣੀ ਚਾਹੀਦੀ ਹੈ, ਨਰਮਾਈ ਹੋਣੀ ਚਾਹੀਦੀ ਆ। ਨਮਰ ਸ਼ਬਦ ਦੇ ਉੱਤੇ ਬਾਈਬਲ ਦੇ ਵਿੱਚ ਨਮਰ ਸ਼ਬਦ ਜਿਹੜਾ ਆ, ਨਮਰ ਹਲੀਮ ਸ਼ਬਦ ਜਿਹੜਾ ਬੜਾ ਇਸਤੇਮਾਲ ਕੀਤਾ ਗਿਆ ਆ। ਜਦੋਂ ਸੁਲੇਮਾਨ ਨੇ ਗੈਰ ਜਾਤੀਆਂ ਦੇ ਵਿੱਚ ਸ਼ਾਦੀ ਕੀਤੀ ਔਰ ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ ਕਿ ਮੈਂ ਤੇਰੇ ਪਿਤਾ ਦਾ ਰਾਜ ਕੀ ਕਰਾਂਗਾ, ਤੇਰੇ ਕੋਲੋਂ ਖੋਲਾਂਗਾ, ਪਰ ਤੇਰੇ ਕੋਲ ਨਹੀਂ ਖੋਵਾਂਗਾ, ਤੇਰੇ ਪਿਤਾ ਦੇ ਕਰਕੇ ਮੈਂ ਤੇਰੇ ਬੇਟੇ ਦੇ ਕੋਲੋਂ ਖੋਲਾਂਗਾ। ਇਹ ਗੱਲ ਪਰਮੇਸ਼ਰ ਨੇ ਬੋਲੀ। ਕਿਵੇਂ ਖੋਇਆ ਪਰਮੇਸ਼ਰ ਨੇ? ਹਾਲਾਤ ਇਦਾਂ ਦੇ ਬਣਾ ਦਿੱਤੇ। ਕਿਹਦੀ ਗੱਲ ਕਰ ਰਿਹਾ ਮੈਂ ਬੱਚੇ? ਇਸ ਨੂੰ ਕਿਹਦੀ ਗੱਲ ਕਰ ਰਿਹਾ ਬੱਚੇ? ਕਿਹਦੀ ਗੱਲ ਕਰ ਰਹੇ? ਦੱਸੋ, ਸ਼ਾਬਾਸ਼। ਤੁਸੀਂ ਦੱਸੋ, ਉਹਨੂੰ ਨਹੀਂ ਤੁਸੀਂ ਦੱਸਣਾ। ਸੁਲੇਮਾਨ ਦਾ ਬੇਟਾ, ਮਾਫੀ ਇੱਕ ਵਾਰੀ ਹੋ ਗਈ ਜੀ, ਸੁਲੇਮਾਨ ਦੇ ਬੇਟੇ ਦੇ ਕੋਲੋਂ ਫਿਰ ਖੁਦਾ ਨੇ ਰਾਜ ਖੋਇਆ। ਕਿੱਦਾਂ ਖੋਇਆ? ਇਸਰਾਈਲੀ ਸੁਲੇਮਾਨ ਦੇ ਬੇਟੇ ਕੋਲ ਆਏ, ਬਜ਼ੁਰਗ ਆਏ, ਔਰ ਉਹਨਾਂ ਨੂੰ ਆ ਕੇ ਪਤਾ ਕੀ ਕਹਿਣ ਲੱਗੇ? ਉਹਨੂੰ ਆ ਕੇ ਕਹਿਣ ਲੱਗੇ ਕਿ ਤੇਰੇ ਪਿਤਾ ਨੇ ਸਾਡੇ ਜੂਲੇ ਨੂੰ ਨਾ ਬੜਾ ਭਾਰਾ ਕਰਤਾ ਹੈ ਤੇ ਸਾਡੇ ਕੰਮ ਥੋੜੇ ਜਿਹੇ ਹੌਲੇ ਕਰਦੇ। ਐਗਜ਼ਾਮਪਲ ਲਈ ਸਮਝਾਉਣ ਲਈ ਬੋਲਣ ਲੱਗਾ ਇਹ ਗੱਲ। ਜਿੱਦਾਂ ਅਸੀਂ ਹਨਾ ਲੇਬਰ ਜਿਹੜੀ ਆ ਉਹ ਆਪਣੇ ਦਿਹਾੜੀ ਦੇ ਪੈਸੇ ਵਧਾਉਣ ਦੇ ਲਈ ਕੋਈ ਵੀ ਐਪਲੀਕੇਸ਼ਨ ਰੱਖਦੀ ਆ ਜਾਂ ਹਨਾ, ਤੁਸੀਂ ਸਮਝ ਗਏ ਹੁਣ। ਏਦਾਂ ਹੀ ਇਸਰਾਈਲੀ ਬਜ਼ੁਰਗ ਜਿਹੜੇ ਆ ਉਹ ਸੁਲੇਮਾਨ ਦੇ ਬੇਟੇ ਦੇ ਕੋਲ ਆਏ ਔਰ ਉਹਨੂੰ ਕਹਿਣ ਲੱਗੇ ਵੀ ਤੂੰ ਏਦਾਂ ਕਰ ਵੀ ਸਾਡਾ ਭਾਰ ਥੋੜਾ ਜਿਹਾ ਹੌਲਾ ਕਰ, ਕਿਉਂਕਿ ਜਿਹੜੀ ਅਸੀਂ ਮਿਹਨਤ ਕਰਨੇ ਆ ਨਾ ਉਹ ਬੜੀ ਸਖਤ ਆ ਤੇ ਸਾਡੀ ਮਿਹਨਤ ਥੋੜੀ ਜਿਹੀ ਆ ਉਹ ਹੌਲੀ ਕਰ ਥੋੜੀ ਜੀ। ਪਰ ਉਹਨੇ ਸਲਾਹ ਲਈ ਆਪਣੇ ਯਾਰਾਂ ਬੇਲੀਆਂ ਦੀ, ਨੌਜਵਾਨਾਂ ਦੀ। ਪਹਿਲਾਂ ਉਹਨੇ ਆਪਣੇ ਬਜ਼ੁਰਗਾਂ ਦੀ ਸਲਾਹ ਲਈ, ਫਿਰ ਉਹਨੇ ਆਪਣੇ ਯਾਰਾਂ ਬੇਲੀਆਂ ਦੀ ਸਲਾਹ ਲਈ ਔਰ ਬਜ਼ੁਰਗਾਂ ਨੇ ਉਹਨੂੰ ਸਲਾਹ ਦਿੱਤੀ ਸੁਲੇਮਾਨ ਦੇ ਬੇਟੇ ਨੂੰ। ਕਹਿੰਦੇ ਕਿ ਤੂੰ ਏਦਾਂ ਕਰ, ਤੂੰ ਜਦੋਂ ਬਜ਼ੁਰਗ ਆਉਣਗੇ ਤੇ ਉਹਨਾਂ ਦੇ ਨਾਲ ਮਿੱਠੀਆਂ ਗੱਲਾਂ ਕਰੀ। ਕੀ ਕਰੀ? ਮਿੱਠੀਆਂ ਗੱਲਾਂ ਕਰੀ, ਮਿਠਾਸ ਦੇ ਨਾਲ ਬੋਲੀ ਉਹਨਾਂ ਦੇ ਨਾਲ। ਉਹਨਾਂ ਨੂੰ ਕਹੀ ਵੀ ਕੋਈ ਗੱਲ ਨਹੀਂ, ਮੈਂ ਤੁਹਾਡੀ ਇਹ ਮੁਸ਼ਕਲ ਦਾ ਕੀ ਕਰਾਂਗਾ, ਹੱਲ ਕਰਾਂਗਾ। ਪਰ ਜਦੋਂ ਉਹਨੇ ਨੌਜਵਾਨਾਂ ਕੋਲ ਸਲਾਹ ਲਈ ਤੇ ਨੌਜਵਾਨਾਂ ਨੇ ਉਹਨਾਂ ਨੂੰ ਪਤਾ ਕੀ ਸਲਾਹ ਦਿੱਤੀ? ਨੌਜਵਾਨ ਕਹਿੰਦੇ ਵੀ ਜਦੋਂ ਬਜ਼ੁਰਗ ਆਉਣਗੇ ਨਾ ਤੂੰ ਉਹਨਾਂ ਨੂੰ ਕਹਿ ਦੀ ਵੀ ਮੇਰੇ ਪਿਓ ਨੇ ਤੇ ਤੁਹਾਡੇ ਧੌਣ ਤੇ ਕੱਲਾ ਜੂਲਾ ਰੱਖਿਆ, ਮੈਂ ਤੁਹਾਡੇ ਮਤਲਬ ਉੱਥੇ ਸ਼ਬਦ ਥੋੜਾ ਜਿਹਾ ਚੇਂਜ ਹੋ ਸਕਦਾ, ਇਹਨੂੰ ਪੜ੍ਹ ਕੇ ਕਲੀਅਰ ਕਰ ਲੈਣਾ ਅਗਰ ਮੇਰੇ ਕੋਲ ਥੋੜਾ ਬਹੁਤਾ ਸ਼ਬਦ ਚੇਂਜ ਹੋ ਜਾਏ ਤੇ। ਸੁਲੇਮਾਨ ਦੇ ਦੋਸਤਾਂ ਨੇ, ਉਹਦੇ ਬੇਟੇ ਦੇ ਦੋਸਤਾਂ ਨੇ ਉਹਨੂੰ ਕਿਹਾ ਵੀ ਮੇਰੇ ਪਿਓ ਨੇ ਤੇ ਤੁਹਾਡੇ ਤੇ ਹੌਲਾ ਜੂਲਾ ਰੱਖਿਆ, ਮੈਂ ਤੁਹਾਡੀ ਗਰਦਨ ਤੇ ਲੋਹੇ ਦਾ ਜੂਲਾ ਰੱਖਾਂਗਾ, ਹੋਰ ਤੁਹਾਡੇ ਨਾਲ ਸਖਤਾਈ ਨਾਲ ਪੇਸ਼ ਆਵਾਂਗਾ। ਤੇ ਉਹਨੇ ਬਜ਼ੁਰਗਾਂ ਦੀ ਸਲਾਹ ਨਹੀਂ ਮੰਨੀ, ਆਪਣੇ ਯਾਰਾਂ ਦੋਸਤਾਂ ਦੀ ਸਲਾਹ ਮੰਨ ਕੇ ਤੇ ਉਹਨੇ ਇਸਰਾਈਲ ਦੇ ਬਜ਼ੁਰਗਾਂ ਦੇ ਨਾਲ ਏਦਾਂ ਦੇ ਸ਼ਬਦ ਬੋਲੇ, ਕੌੜੇ। ਕਿਹੜੇ ਸ਼ਬਦ ਬੋਲੇ? ਕੌੜੇ ਸ਼ਬਦ ਬੋਲੇ। ਔਰ ਇਸਰਾਈਲੀ ਜਿਹੜੇ ਆ ਬਜ਼ੁਰਗ ਜਿਹੜੇ ਆ ਉਹਦੇ ਵਿਰੋਧ ਦੇ ਵਿੱਚ ਹੋ ਗਏ। ਆਪਣੀ ਜੀਭ ਦਾ ਉਹਨੇ ਮਿਠਾਸ ਦੇ ਨਾਲ ਇਸਤੇਮਾਲ ਨਹੀਂ ਕੀਤਾ। ਪ੍ਰਿਯੋ, ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਇਹਨਾਂ ਵਚਨਾਂ ਨੂੰ ਆਪਣੇ ਨਿੱਜੀ ਜੀਵਨ ਦੇ ਵਿੱਚ, ਆਪਣੇ ਆਤਮਿਕ ਜੀਵਨ ਦੇ ਵਿੱਚ ਫੋਲੋ ਕਰਨਾ ਆ, ਪੂਰਾ ਕਰਨਾ ਹੈ, ਲਾਗੂ ਕਰਨਾ ਹੈ, ਤਾਂ ਕਿ ਇਹਦੀ ਬਰਕਤ, ਸਾਡੀ ਜੀਭ ਦੀ ਬਰਕਤ ਜਿਹੜੀ ਆ ਸਾਨੂੰ ਮਿਲੇ। ਕਿਸੇ ਵੇਲੇ ਮਾਂ-ਬਾਪ ਵੀ ਪਤਾ ਕੀ ਹੁੰਦੇ, ਮੈਨੂੰ ਤਾਂ ਤੇਰੇ ਤੋਂ ਪਹਿਲਾਂ ਹੀ ਆਸ ਨਹੀਂ ਸੀ ਵੀ ਤੂੰ ਮੇਰੀ ਸੇਵਾ ਕਰਨੀ ਨਹੀਂ, ਤੇ ਜਦੋਂ ਤੇਰੀ ਆਸ ਹੀ ਨਹੀਂ ਸੀ ਤੇ ਤੇਰੀ ਆਸ ਦੇ ਹਿਸਾਬ ਨਾਲ ਖੁਦਾ ਕਹਿੰਦਾ ਮੈਂ ਬੁੱਲਾਂ ਦੇ ਫਲ ਨੂੰ ਕੀ ਕਰਨ ਵਾਲਾ ਆ,
ਉਤਪੰਨ ਕਰਨ ਵਾਲਾ। ਤੈਨੂੰ ਆਸ ਨਹੀਂ ਸੀ ਤੇ ਤੇਰੀ ਆਸ ਦੇ ਹਿਸਾਬ ਨਾਲ ਖੁਦਾ ਨੇ ਤੈਨੂੰ ਦੇ ਦਿੱਤਾ। ਕਿ ਵੇਲੇ ਮਾਂ-ਬਾਪ ਇਹ ਸ਼ਬਦ ਬੋਲਦੇ, ਉਹ ਮੈਨੂੰ ਪਤਾ ਹੈਗਾ ਵੀ ਤੂੰ ਮੈਨੂੰ ਸਾਂਭਣਾ ਹੀ ਨਹੀਂ ਹੈਗਾ, ਕਿਉਂਕਿ ਮੇਰੀ ਆਸ ਹੀ ਮੈਨੂੰ ਪਤਾ ਹੈਗਾ। ਅੱਛਾ ਬੋਲੀਏ ਨਾ, ਖੁਦਾ ਨੇ ਸਾਨੂੰ ਬੱਚੇ ਦਿੱਤੇ ਆ, ਉਹ ਸਾਨੂੰ ਸੰਭਾਲਣਗੇ। ਬੱਚੇ ਸਾਨੂੰ ਦਿੱਤੇ ਹੀ ਇਸੇ ਲਈ ਆ। ਮਿੱਠੇ ਸ਼ਬਦ ਇਸਤੇਮਾਲ ਕਰੋ ਨਾ, ਹਨਾ। ਮਿਠਾਸ ਦੇ ਉੱਤੇ ਮੱਖੀ ਆ ਕੇ ਬਹਿ ਜਾਏ ਤੇ ਉਹਦੇ ਕੋਲ ਨਹੀਂ ਉੱਡਿਆ ਜਾਂਦਾ, ਤੇ ਬੱਚੇ ਜੇਕਰ ਬੱਚਿਆਂ ਲਈ ਮਿੱਠਾ ਬੋਲਾਂਗੇ ਤੇ ਉਹ ਕਿੱਧਰ ਨੂੰ ਉੱਡ ਜਾਣਗੇ। ਸਮਝ ਰਹੇ ਹੋ ਮੇਰੀ ਗੱਲ? ਸਮਝ ਰਹੇ ਹੋ ਕਿ ਨਹੀਂ ਸਮਝ ਰਹੇ? ਸਾਡੀ ਜੀਭ ਦੇ ਅੰਦਰ ਮਿਠਾਸ ਹੋਣੀ ਚਾਹੀਦੀ ਆ, ਕਿਉਂਕਿ ਪਰਮੇਸ਼ਰ ਕਹਿੰਦੇ ਮੈਂ ਜੋ ਜੀਭ ਦੇ ਵਿੱਚੋਂ ਨਿਕਲਦਾ ਆ, ਬੁੱਲਾਂ ਦੇ ਵਿੱਚੋਂ ਨਿਕਲਦਾ ਆ, ਮੈਂ ਉਹਦੇ ਅਨੁਸਾਰ ਕੰਮ ਕਰਨ ਵਾਲਾ ਖੁਦਾ ਆ। ਬੁੱਲਾਂ ਦੇ ਫਲ ਨੂੰ ਉਤਪੰਨ ਕਰਨ ਵਾਲਾ ਖੁਦਾ ਆ। ਇੱਕ ਆਇਤ ਜਿਹੜੀ ਹੈ, ਰੈਫਰੈਂਸ ਜਿਹੜੀ ਆ ਉਹ ਲਿਖ ਲਓ। ਮੱਤੀ ਦੀ ਅੰਜੀਲ ਉਹਦੇ 12 ਅਧਿਆਏ ਉਹਦੇ 36 ਔਰ 37 ਵਚਨ ਦੇ ਵਿੱਚ ਵੀ ਲਿਖਿਆ ਜੇ, ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਡੇ ਮੂੰਹ ਦੇ ਸ਼ਬਦਾਂ ਦੇ ਅਨੁਸਾਰ ਤੁਹਾਨੂੰ ਫਲ ਦੇਵਾਂਗਾ। ਪੜ੍ਹੀਏ ਇਹਦੇ ਵਿੱਚ, ਪੜ੍ਹ ਦਈਏ ਜਲਦੀ ਦੇ ਨਾਲ। ਮੱਤੀ ਦੀ ਅੰਜੀਲ ਉਹਦਾ 12 ਅਧਿਆਏ 36 ਔਰ 37 ਵਚਨ। ਯੀਸ਼ੂ ਮਸੀਹ ਕਹਿ ਰਹੇ ਜੇ, ਪਰ ਮੈਂ ਤੁਹਾਨੂੰ ਆਖਦਾ ਹਾਂ, ਭੈਣ ਥੋੜੀ ਫੀਲਿੰਗ ਪਾਓ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਾਈ ਮਨੁੱਖ ਹਰੇਕ ਅਕਾਰਥ ਗੱਲ, ਵਿਅਰਥ ਗੱਲ, ਫਾਲਤੂ ਗੱਲ, ਅਕਾਰਥ ਗੱਲ, ਫਾਲਤੂ ਗੱਲ ਜੋ ਉਹ ਬੋਲਣਗੇ ਨਿਆਂ ਦੇ ਦਿਨ ਉਹ ਕੀ ਕਰਨਗੇ। ਇਸ ਲਈ ਸੋਚ ਵਿਚਾਰ ਕੇ ਬੋਲਿਆ ਕਰੋ। ਆਪਣੇ ਘਰਾਂ ਦੇ ਵਿੱਚ ਵੀ, ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਬੱਚਿਆਂ ਲਈ, ਆਪਣੇ ਮਾਂ-ਬਾਪ ਲਈ ਸਾਨੂੰ ਸੋਚ ਵਿਚਾਰ ਕੇ ਬੋਲਣਾ ਚਾਹੀਦਾ ਆ। ਮੈਂ ਖੁਦਾ ਕੋ ਡਰਦਾ, ਮੈਂ ਇਹ ਨਹੀਂ ਕਿ ਆਪਣੀ ਸਿਫਤ ਕਰ ਰਿਹਾ, ਮੈਨੂੰ ਖੁਦਾ ਕੋ ਬੜਾ ਡਰ ਲੱਗਦਾ। ਮੈਂ ਤਾਂ ਜ਼ਿਆਦਾਤਰ ਸੋਚਦਾ ਵੀ ਚੁੱਪ ਹੀ ਰਹੋ, ਚੁੱਪ ਰਹਿ ਲੈਣ, ਚੁੱਪ ਰਹਿਣ ਚ ਭਲਾਈ ਆ। ਚੁੱਪ ਰਹਿਣ ਚ ਕੀ ਆ? ਕਿਉਂਕਿ ਆ ਯੀਸ਼ੂ ਮਸੀਹ ਕਹਿੰਦੇ ਹਰ ਇੱਕ ਮਨੁੱਖ ਜਿਹੜਾ ਆਪਣੇ ਮੂੰਹ ਤੋਂ ਕਿਹੜੀ ਗੱਲ ਬੋਲਦਾ ਆ ਜੀ? ਅਕਾਰਥ ਵਿਅਰਥ ਗੱਲਾਂ ਬੋਲਦਾ ਆ, ਫਾਲਤੂ ਗੱਲਾਂ ਬੋਲਦਾ ਆ, ਗਲਤ ਗੱਲਾਂ ਬੋਲਦਾ ਆ। ਨਿਆਂ ਦੇ ਦਿਨ ਪਰਮੇਸ਼ਰ ਕਹਿੰਦੇ ਉਹਦਾ ਕੀ ਆ? ਉਹਦਾ ਹਿਸਾਬ ਲਿਆ ਜਾਵੇਗਾ। ਫੇਰ ਯੈਸ, ਕਿਸੇ ਨੂੰ ਨਹੀਂ ਅਸੀਂ ਕੁਝ ਵੀ ਕਹਿ ਸਕਦੇ, ਕਿਸੇ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਅਸੀਂ ਨਿਆਂ ਦੇ ਤਖਤ ਦੇ ਸਾਹਮਣੇ ਖਲੋਤੇ ਹੋਵਾਂਗੇ, ਕੋਈ ਸਾਡਾ ਲੱਡੂ ਛੱਡੂ, ਕੋਈ ਮੰਮੀ ਡੈਡੀ, ਕੋਈ ਨਹੀਂ ਜੇ ਲਾਗੂ ਖਲੋਤਾ ਹੋਣਾ, ਸਿਰਫ ਇਕੱਲੇ ਹੀ ਖਲੋਤੇ ਹੋਣਾ। ਇਹ ਨਹੀਂ ਮੈਂ ਕਹਿ ਸਕਦਾ ਸੁਭ ਨਹੀਂ ਆਉਂਦਾ ਰਿਹਾ ਪ੍ਰਭੂ ਤਬਲਾ ਵਜਾਉਣ ਤੇ ਮੈਂ ਤਾਂ ਨਹੀਂ ਆਰਾਧਨਾ ਕਰ ਸਕਿਆ, ਪ੍ਰਭੂ ਇਹ ਨਹੀਂ ਆਇਆ ਤਾਂ ਨਹੀਂ ਮੈਂ ਚਰਚ ਗਿਆ, ਮੇਰੇ ਕੋਲ ਮੋਟਰਸਾਈਕਲ ਹੈ ਨਹੀਂ ਮੈਂ ਤਾਂ ਨਹੀਂ ਚਰਚ ਗਿਆ। ਕੋਈ ਬਹਾਨਾ ਨਹੀਂ ਚੱਲੇਗਾ, ਕੋਈ ਵੀ ਬਹਾਨਾ ਨਹੀਂ ਚੱਲੇਗਾ। ਸ਼ਬਦਾਂ ਦਾ ਵੀ ਹਿਸਾਬ ਹੋਵੇਗਾ, ਅਕਾਰਥ ਗੱਲਾਂ ਦਾ ਹਿਸਾਬ ਹੋਏਗਾ। ਯੀਸ਼ੂ ਮਸੀਹ ਕਹਿ ਰਹੇ ਆ, ਇਸ ਗੱਲ ਨੂੰ ਹਲਕਾ ਨਾ ਲਿਓ। ਇਸ ਲਈ ਹਮੇਸ਼ਾ ਆਪਣੇ ਮੂੰਹ ਤੋਂ ਜੋ ਤੁਸੀਂ ਬੋਲਦੇ ਹੋ ਧਿਆਨ ਨਾਲ ਬੋਲਿਆ ਕਰੋ, ਤੇ ਜੇ ਨਹੀਂ ਚੰਗਾ ਬੋਲਿਆ ਜਾਂਦਾ ਤੇ ਫਿਰ ਕਮ ਸੇ ਕਮ ਚੁੱਪ ਤੇ ਰਹਿ ਹੀ ਸਕਦੇ ਆ। ਉਹਦਾ ਹੱਲ ਇਹ ਆ। ਕਿੰਨਿਆਂ ਨੂੰ ਇਹ ਵਚਨ ਸਮਝ ਆ ਰਿਹਾ? ਇਸ ਲਈ ਜੋ ਕੁਝ ਵੀ ਬੋਲਦੇ ਹੋ ਬੜੇ ਸੁਚੇਤ ਹੋ ਕੇ ਬੋਲੋ ਕਿ ਇਹਨਾਂ ਗੱਲਾਂ ਦਾ, ਹਰ ਇੱਕ ਗੱਲ ਦਾ, ਭਾਵੇਂ ਗੁੱਜੀ ਆ ਭਾਵੇਂ ਜ਼ਾਹਿਰ ਆ, ਸਾਰੀਆਂ ਗੱਲਾਂ ਦਾ, ਸ਼ਬਦਾਂ ਦਾ ਪਰਮੇਸ਼ਰ ਨੇ ਲੇਖਾ ਕੀਆ ਲੈਣਾ। ਹੋ ਗਈ ਕੰਪਲੀਟ ਜੀ ਇਹ ਵਰਸ। ਖੁਦਾ ਅੱਜ ਦੇ ਕਲਾਮ ਦੇ ਦੁਆਰਾ ਤੁਹਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਦੇਵੇ। ਪ੍ਰਿਯੋ, ਜੀਭ ਦੇ ਵਸ ਦੇ ਵਿੱਚ ਆ ਆਸ਼ੀਸ਼, ਬਰਕਤ ਹੈ। ਸ਼ਰਾਬ ਵੀ ਜੀਭ ਚ ਹੀ ਆ ਤੇ ਬਰਕਤ ਵੀ ਕਿੱਥੇ ਆ? ਇਸ ਲਈ ਚੰਗਾ ਬੋਲੋ, ਹਮੇਸ਼ਾ ਆਪਣੇ ਘਰ ਦੇ ਵਿੱਚ ਅੱਛਾ ਮਾਹੌਲ ਬਣਾਓ। ਕਿਸੇ ਵੇਲੇ ਅਸੀਂ ਆਪਣੇ ਬੱਚਿਆਂ ਨੂੰ ਬੜੇ ਬੜੇ ਬੁਰੇ ਬੁਰੇ ਸ਼ਬਦ ਬੋਲਦੇ ਆ ਤੇ ਅਸੀਂ ਮੁੜ ਕੇ ਸੋਚਦੇ ਆ ਮੈਂ ਤਾਂ ਮਜ਼ਾਕ ਹੀ ਕਰਨ ਡਿਆ। ਇਹ ਵੀ ਲਿਖਿਆ ਬਾਈਬਲ 'ਚ ਵੀ ਬਾਅਦ 'ਚ ਤੂੰ ਇਹ ਨਾ ਕਹਿ ਸਕੇ ਵੀ ਮੈਂ ਮਜ਼ਾਕ ਕਰਨ ਡਿਆ ਹਾਂ। ਮਜ਼ਾਕ ਮਜੂਕ ਨਹੀਂ ਉੱਤੇ ਹੋਣਾ, ਉੱਤੇ ਦੇ ਪ੍ਰਭੂ ਨੇ ਕਹਿਣਾ ਵੀ ਫੜੋ ਇਹਨੂੰ, ਕਰੋ ਜਰਾ ਉਧਰ। ਸਭ ਬੋਲੇ ਹਾਲੇਲੂਇਆ, ਸਭ ਬੋਲੇ ਹਾਲੇਲੂਇਆ। ਪਰਮੇਸ਼ਰ ਨੇ ਹਿਸਾਬ ਲੈਣਾ ਔਰ ਦੂਤਾਂ ਨੂੰ ਕਹਿਣਾ ਫੜੋ ਇਹਨੂੰ, ਕਰੋ ਹਾਂ ਅੱਗ ਵਾਲੇ ਪਾਸੇ ਤੇ ਕਰੋ ਇਹਨੂੰ ਲਾਲ ਜਰਾ। ਹਾਲੇਲੂਇਆ, ਸਭ ਬੋਲੇ ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਨੇ ਸਾਡੀਆਂ ਗੱਲਾਂ ਦਾ, ਸਾਡੇ ਸ਼ਬਦਾਂ ਦਾ ਹਿਸਾਬ ਲੈਣਾ ਹੈ ਪ੍ਰਿਯੋ। ਇਸ ਲਈ ਸਾਨੂੰ ਆਪਣੇ ਜੀਵਨ ਤੇ ਧਿਆਨ ਦੇਣਾ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਛੋਟੀ ਪ੍ਰਾਰਥਨਾ ਕਰਾਂਗੇ। ਉਸ ਤੋਂ ਬਾਅਦ ਪ੍ਰਭੂ ਦੀ ਮਹਿਮਾ ਦੇ ਵਿੱਚ ਅਸੀਂ ਭਜਨ ਬੋਲਾਂਗੇ ਬੇਟੀਆਂ ਦੇ ਨਾਲ ਮਿਲ ਕੇ। ਸੋ ਉਸ ਦੇ ਦੌਰਾਨ
ਅਸੀਂ ਆਪਣੇ ਬੀਜ ਨੂੰ, ਆਪਣੀ ਆਫਰਿੰਗਸ ਨੂੰ ਪਰਮੇਸ਼ਰ ਦੇ ਭਵਨ ਦੇ ਵਿੱਚ ਬੀਜ ਸਕਦੇ ਹਾਂ। ਪ੍ਰਾਰਥਨਾ 'ਚ ਜਾਵਾਂਗੇ। ਮਹਾਨ ਅਨੁਗ੍ਰਹਕਾਰੀ ਪਿਤਾ, ਦਇਆ ਦੇ ਸਾਗਰ, ਦਿਆਲੂ ਰਾਜਾ ਜੀ, ਤੁਹਾਡਾ ਸ਼ੁਕਰ, ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਅੱਜ ਦੇ ਸੁੰਦਰ ਵਚਨਾਂ ਦੇ ਲਈ ਪ੍ਰਭੂ, ਅੱਜ ਦੀ ਸੁੰਦਰ ਆਰਾਧਨਾ ਦੇ ਲਈ, ਅੱਜ ਦੀ ਸੁੰਦਰ ਤੁਹਾਡੀ ਪ੍ਰੈਜ਼ੈਂਸ ਦੇ ਲਈ ਪ੍ਰਭੂ ਜੀ। ਤੁਸੀਂ ਆਪਣੇ ਲੋਕਾਂ ਦੇ ਨਾਲ ਗੱਲਾਂ ਕੀਤੀਆਂ, ਆਪਣੇ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਪ੍ਰਭੂ। ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਤੁਸੀਂ ਕਰ ਦਿੱਤੇ ਹੋ, ਕਿਉਂਕਿ ਹਰ ਮੁਸ਼ਕਿਲ ਦਾ ਹੱਲ ਤੁਸੀਂ ਹੋ ਪ੍ਰਭੂ। ਉਹ ਆਪਣੇ ਬੱਚਿਆਂ ਨੂੰ ਬਲ ਦੇਣ ਵਾਲੇ ਖੁਦਾ ਤੁਸੀਂ ਪ੍ਰਭੂ। ਉਹ ਪਵਿੱਤਰ ਆਤਮਾ ਜੀ, ਤੁਹਾਡਾ ਧੰਨਵਾਦ ਕਰਦੇ ਪ੍ਰਭੂ। ਅੱਜ ਦੇ ਵਚਨ ਦੇ ਦੁਆਰਾ ਇਹਨਾਂ ਦੀ ਜ਼ਿੰਦਗੀਆਂ ਦੇ ਅੰਦਰ ਉਹ ਰਿਵਾਈਵਲ ਆਵੇ, ਬਦਲਾਓ ਆਵੇ ਪ੍ਰਭੂ ਜੀ। ਤੁਹਾਡਾ ਨਾਮ ਜਲਾਲ ਪਾਵੇ ਪਿਤਾ। ਹਾਲੇਲੂਇਆ। ਜਿੰਨੇ ਤੁਹਾਡੇ ਬੇਟੀ ਬੇਟੀਆਂ ਨੇ ਇਸ ਵਚਨ ਨੂੰ ਸੁਣਿਆ ਹੈ ਜਾਂ ਸੁਣਨ ਪ੍ਰਭੂ, ਉਹ ਪ੍ਰਭੂ ਜੀ ਤੁਹਾਡੇ ਨਾਮ ਦੇ ਵਿੱਚ ਬਲੈਸ ਹੋਣ, ਯੀਸ਼ੂ ਮਸੀਹ ਦੇ ਨਾਮ 'ਚ ਬਲੈਸ ਹੋਣ ਪ੍ਰਭੂ ਜੀ। ਉਹ ਆਪਣੀ ਜੀਵ ਤੋਂ, ਉਹ ਆਪਣੇ ਜੀਵਨ ਦੇ ਲਈ, ਆਪਣੇ ਘਰ ਦੇ ਲਈ, ਆਪਣੇ ਪਰਿਵਾਰ ਦੇ ਲਈ ਪ੍ਰਭੂ ਬਰਕਤ ਨੂੰ ਬੋਲ ਸਕਣ, ਬਰਕਤ ਨੂੰ ਰਿਲੀਜ਼ ਕਰ ਸਕਣ ਪ੍ਰਭੂ। ਹਰ ਇੱਕ ਵਿਅਕਤੀ ਪ੍ਰਭੂ, ਹਰ ਇੱਕ ਪਤਨੀ ਆਪਣੇ ਪਤੀ ਲਈ, ਆਪਣੇ ਬੱਚਿਆਂ ਲਈ, ਆਪਣੇ ਬੱਚਿਆਂ ਲਈ, ਹਰ ਇੱਕ ਮਾਂ ਆਪਣੇ ਬੱਚਿਆਂ ਲਈ ਉਹ ਅੱਛਾ ਅੰਗੀਕਾਰ ਕਰ ਸਕੇ। ਪਤੀ ਪਤਨੀ ਅੱਛਾ ਅੰਗੀਕਾਰ ਕਰਨ, ਬੱਚੇ ਅੱਛਾ ਬੋਲਣ ਪ੍ਰਭੂ। ਅਸੀਂ ਸਭ ਪ੍ਰਭੂ ਆਪਣੇ ਮੂੰਹ ਤੋਂ ਅਕਾਰਥ ਗੱਲਾਂ ਨਾ ਬੋਲੀਏ। ਤੁਹਾਡੀ ਇੱਛਾ ਦੇ ਅਨੁਸਾਰ ਉਹੀ ਗੱਲਾਂ ਹੋਣ ਸਾਡੇ ਮੂੰਹ ਤੋਂ ਜਿਸ ਦੇ ਵਿੱਚ ਸਾਡੀ ਉન્નਤੀ ਹੈ, ਇੱਕ ਦੂਸਰੇ ਦੀ ਉન્નਤੀ ਹੈ ਔਰ ਤੁਹਾਡੀ ਮਹਿਮਾ ਹੈ ਪ੍ਰਭੂ। ਸਾਰੇ ਸਮੇਂ ਨੂੰ ਤੁਹਾਡੇ ਪਵਿੱਤਰ, ਜਿੰਦਾ ਔਰ ਜਲਾਲੀ ਹੱਥਾਂ ਦੇ ਵਿੱਚ ਸੌਂਪ ਦਿੰਦੇ ਹਾਂ ਪ੍ਰਭੂ। ਸ਼ੁਕਰ ਕਰਦੇ ਹਾਂ ਕਿ ਤੁਸੀਂ ਆਪਣੇ ਆਤਮਾ ਦੇ ਦੁਆਰਾ ਸਾਡੀ ਅਗਵਾਈ ਕੀਤੀ ਹੈ। ਇਹ ਦੁਆ ਤੁਹਾਡੇ ਪ੍ਰਿਯ ਬੇਟੇ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ, ਜਿੰਦਾ, ਜਲਾਲੀ ਨਾਮ ਦੇ ਵਿੱਚ ਮੰਗ